ਦੇ ਦੀਵਾਨਾਂ ਦੇ ਵਿੱਚ ਆਪ ਜੀਆਂ ਨੇ ਇਤਿਹਾਸ ਸਰਵਨ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਾਹੌਰ ਜਾਣ ਦੀ ਤਿਆਰੀ ਕੀਤੀ ਹੈ ਔਰ ਸਤਿਗੁਰੂ ਜੀ ਨੂੰ ਪਤਾ ਹੈ ਕਿ ਲਾਹੌਰ ਜਾ ਕੇ ਸਰੀਰਕ ਚੋਲਾ ਤਿਆਗਣਾ ਹੈ। ਇਸ ਵਾਸਤੇ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਔਰ ਆਪਣੇ ਸੁਪੁੱਤਰ ਹਰਗੋਬਿੰਦ ਸਾਹਿਬ ਜੀ ਨੂੰ ਰਾਤ ਦੇ ਸਮੇਂ ਕੋਠਾ ਸਾਹਿਬ, ਜਿੱਥੇ ਅੱਜ ਅਕਾਲ ਤਖਤ ਸਾਹਿਬ ਸੁਸ਼ੋਭਿਤ ਹੈ, ਇੱਥੇ ਮਹਾਰਾਜ ਜੀ ਨੇ ਬੁਲਾ ਕੇ ਵਿਚਾਰਾਂ ਸਾਂਝੀਆਂ ਕੀਤੀਆਂ ਔਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀਆਂ ਜ਼ਿੰਮੇਵਾਰੀਆਂ ਹਰਗੋਬਿੰਦ ਸਾਹਿਬ ਜੀ ਨੂੰ ਸੌਂਪੀਆਂ ਨੇ। ਔਰ ਇਹ ਵੀ ਗੱਲ ਨਾਲ ਆਖੀ ਹੈ ਕਿ ਤੁਸੀਂ ਹੁਣ ਪੀਰੀ ਦੇ ਨਾਲ ਨਾਲ ਮੀਰੀ ਦੇ ਗੁਣ ਨੂੰ ਵੀ ਪ੍ਰਗਟ ਕਰਨਾ ਹੈ, ਸ਼ਾਸਤਰ ਦੇ ਨਾਲ ਨਾਲ ਸ਼ਸਤਰ ਵਿਦਿਆ ਵੀ ਤੁਸੀਂ ਦੇਣੀ ਹੈ। ਮਨ ਦਾ ਜਿੱਥੇ ਸੂਰਮਾ ਨਾਮ ਰੰਗ ਦੇ ਵਿੱਚ ਰੰਗ ਕੇ ਬਣਿਆ ਜਾਂਦਾ ਹੈ, ਜਾਗੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ। ਪਰ ਤੁਸੀਂ ਮੇਰੀ ਪੀਰੀ ਦੇ ਮਾਲਕ ਬਣ ਕੇ ਹੁਣ ਇਸ ਸੂਰਵੀਰਤਾ ਦੇ ਗੁਣ ਨੂੰ ਬਾਹਰੋਂ ਪ੍ਰਗਟ ਕਰਨਾ ਹੈ ਔਰ ਉਹ ਸੂਰਮਾ ਬਣਾਉਣਾ ਹੈ। ਸੂਰਾ ਸੋ ਪਹਿਚਾਨੀਆਂ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ। तो गुरु साहब महाराज जी ने बाबा बुढ़ा साहब जी को भी समझाया, भाई गुरदास जी को भी और हरगोबिंद साहब जी को भी। इस तरह रात के समय विचारां करके फिर अपने आसन ते सतगुरु जी आउंदे ने। अगलेरे प्रसंग का जिक्र कवि जी कर रहे हैं, बड़े प्यार सत्कार नाल सरवण करो जी। इस कृत को कर सतगुरु निशा भई पुन वाए। इस तरह विचारां करके हरगोबिंद साहब जी को जिम्मेवारियां दे के सतगुरु जी निशा भई पुन आए। जो रात का समा अपने गृह सतगुरु जी आए हैं। गृह प्रवेश भोजन करियो बैठ प्रियंक सुहाए। जदों आए घर माता जी ने, माता गंगा जी ने प्रसादा तैयार किया होया। गृह प्रवेश भोजन करियो, प्रसादा महाराज जी ने रात का छकिया है। बैठ पर्यंक सुहाए, अपने पलंग उते सुभाईमान होए हन। सवादी श्री गंगा जल आई। उस वेले फिर माता गंगा जी गुरु अर्जन देव महाराज जी के पास चल के आउंदे हन। बैठी निकट देख सुख पाई। और कोल आके अपने पति गुरुदेव गुरु अर्जन देव पातशाह जी के कोल आके माता जी जदों बैठे हन। श्री अर्जन सब बात बखानी। उस वेले फिर गुरु अर्जन देव महाराज जी ने अपने मुखार बिंद तो ये बोल वचन आखे हन। सुनो हो अर्जे भाग महानी। गुरु साहब कहंदे हे भागां वालीए, भाव माता गंगा जी नूं अपनी सुपत्नी नूं सतगुरु जी बुलाउंदे ने भी तेरे भाग बहुत महान ने और तू भागां वाली है। लवपुर को हम करह पियाना। ਅਸੀਂ ਸਵੇਰੇ ਦਿਨ ਚੜ੍ਹਦਿਆਂ ਹੀ ਲਾਹੌਰ ਨੂੰ ਚਾਲੇ ਪਾਉਣੇ ਹਨ। ਹੋਤ ਪਰਾਤ ਨਿਸ਼ਚੈ ਹੋਏ ਜਾਣਾ। ਔਰ ਇਹ ਬਿਲਕੁਲ ਨਿਸ਼ਚਾ ਕਰਕੇ ਅਸੀਂ ਕਹਿ ਰਹੇ ਹਾਂ, ਇਹ ਨਹੀਂ ਕਿ ਅਸੀਂ ਸਿਰਫ ਕਹਿ ਹੀ ਰਹੇ ਹਾਂ, ਬਿਲਕੁਲ ਜਾਣ ਦੀ ਤਿਆਰੀ ਹੈ ਔਰ ਲਾਹੌਰ ਨੂੰ ਅਸੀਂ ਚੱਲਣਾ ਹੈ। ਤਬ ਸੁਤ ਸਕਲ ਕਾਜ ਕੋ ਸਿਆਣਾ। ਤੁਹਾਡੇ ਪੁੱਤਰ ਹਰਗੋਬਿੰਦ ਜੀ ਗੁਰੂ ਨਾਨਕ ਜੀ ਦੇ ਘਰ ਦੀਆਂ ਜ਼ਿੰਮੇਵਾਰੀਆਂ ਸਾਂਭਣ ਲਈ ਹੁਣ ਸਿਆਣੇ ਹੋ ਚੁੱਕੇ ਨੇ। ਭਾਵ ਇੰਨਾ ਉਹਨਾਂ ਵਿੱਚ ਬਲ ਹੈ, ਇੰਨੀ ਵੱਡੀ ਉਹਨਾਂ ਦੀ ਕਮਾਈ ਹੈ ਕਿ ਉਹ ਹੁਣ ਸਾਰੀਆਂ ਜ਼ਿੰਮੇਵਾਰੀਆਂ ਹਰਗੋਬਿੰਦ ਜੀ ਜਿਹੜੇ ਨੇ ਸੰਭਾਲ ਸਕਦੇ ਹਨ। ਧਰਮ ਧੀਰ ਤਰ ਤਰਨ ਸਮਾਨਾ। ਕਹਿੰਦੇ ਨੇ ਹੁਣ ਉਹ ਜਿਹੜਾ ਗੁਰੂ ਸਾਹਿਬ ਦੇ ਸ਼ਰਨ ਦੇ ਵਿੱਚ ਗੁਰੂ ਦਰ ਤੇ ਆਵੇਗਾ, ਇਹ ਬਹੁਤ ਵੱਡੇ ਧੀਰਜਵਾਨ ਹੋ ਕੇ ਆਇਆ ਹੋਇਆਂ ਨੂੰ ਧੀਰਜ ਦਿਆ ਕਰਨਗੇ। ਨਹੀਂ ਸਦੀਵ ਦੇਹ ਰਹਿ। ਅਸੀਂ ਲਾਹੌਰ ਜਾਣਾ ਹੈ, ਪਰ ਗੱਲ ਇਹ ਹੈ ਕਿ ਸਰੀਰਕ ਚੋਲਾ ਤਿਆਗਣਾ ਹੈ। ਹੌਸਲਾ ਦੇ ਰਹੇ ਨੇ, ਮਾਤਾ ਜੀ ਨੂੰ ਦੱਸ ਰਹੇ ਨੇ। ਹੁਣ ਇੱਕਦਮ ਕੋਈ ਆ ਕੇ ਕਵੇ ਵੀ ਮੈਂ ਸਵੇਰੇ ਤੁਰ ਜਾਣਾ, ਤੇ ਉਦੋਂ ਇੱਕਦਮ ਜਿਹੜਾ ਬੰਦਾ ਸੁਣ ਕੇ ਹੈਰਾਨ ਹੋ ਜਾਂਦਾ ਹੈ। ਮਾਤਾ ਜੀ ਨੂੰ ਜਦੋਂ ਇਹ ਗੱਲ ਕਹੀ ਕਿ ਤੁਹਾਡੇ ਪੁੱਤਰ ਹੁਣ ਸਾਰੀਆਂ ਜ਼ਿੰਮੇਵਾਰੀਆਂ ਸਾਂਭ ਸਕਦੇ ਆ, ਉਹਨਾਂ ਨੇ ਹੁਣ ਸ਼ਸਤਰ ਵਿਦਿਆ ਦੇ ਨਾਲ ਸ਼ਾਸਤਰ ਵਿਦਿਆ ਵੀ ਦੇਣੀਆਂ। ਮੀਰੀ ਔਰ ਪੀਰੀ ਦੇ ਗੁਣ ਸੰਗਤਾਂ ਨੂੰ ਵੰਡਣੇ ਨੇ। ਬਾਕੀ ਰਹੀ ਗੱਲ ਨਹੀਂ ਸਦੀਵ ਦੇਹ ਇਹ ਰਹੇ, ਆ ਜਿਹੜੀ ਦੇਹ ਹੈ ਨਾ, ਇਹ ਨਾਸ਼ਵੰਤ ਹੈ, ਇਹ ਸਰੀਰ ਨਾਸ਼ਵੰਤ ਹੈ, ਇਹ ਸਦਾ ਨਹੀਂ ਰਹਿੰਦਾ। ਸਮਾਂ ਪਾ ਕੇ ਇਸ ਦੇਹ ਨੇ ਬਿਨਸ ਜਾਣਾ ਹੈ। ਜਾਤੇ ਸਮਤ ਸਨੇਹ ਨਾ ਗਹਿ। ਉਸ ਲਈ ਜਿਹੜੇ ਚੰਗੀ ਮੱਤ ਵਾਲੇ ਹੁੰਦੇ ਨੇ ਉਹ ਇਸ ਦੇਹ ਨਾਲ ਬਹੁਤਾ ਸਨੇਹ ਨਹੀਂ ਪਾਉਂਦੇ, ਫਿਰ ਉਹ ਇਸ ਦੇਹ ਨਾਲ ਬਹੁਤਾ ਮੋਹ ਪਿਆਰ ਨਹੀਂ ਪਾਉਂਦੇ, ਕਿਉਂਕਿ ਇਸ ਦੇਹ ਦਾ ਪਤਾ ਨਹੀਂ ਕਦੋਂ ਸਾਥ ਛੁੱਟ ਜਾਏ, ਕਦੋਂ ਇਹ ਮਿੱਟੀ ਦਾ ਢੇਰ ਹੋ ਜਾਏ। ਇਸ ਲਈ ਜਿਹੜੇ ਸੂਝਵਾਨ ਹੋਣ ਉਹ ਫਿਰ ਸਨੇਹ ਨਾ ਗਹਿ, ਉਹ ਦੇਹ ਨਾਲ ਸਨੇਹ ਨਹੀਂ ਪਾਉਂਦੇ ਹਨ। ਜੋ ਉਪਜਹਿ ਸੋ ਬਿਨਸਨ ਹਾਰ। ਕਿਉਂਕਿ ਇਹ ਜਗਤ ਦੀ ਰੀਤ ਹੈ ਜੋ ਕਾਦਰ ਨੇ ਕੁਦਰਤ ਵਿੱਚ ਬਣਾਈ ਹੈ। ਜੋ ਉਪਜਿਆ ਹੈ ਉਹਨੇ ਸਮਾਂ ਪਾ ਕੇ ਬਿਨਸ ਜਾਣਾ ਹੈ, ਜੋ ਆਇਆ ਹੈ ਉਹਨੇ ਸਮਾਂ ਪਾ ਕੇ ਚਲੇ ਜਾਣਾ ਹੈ। ਇਹ ਕਾਦਰ ਦੀ ਕੁਦਰਤ ਵਿੱਚ ਬਣਾਈ ਹੋਈ ਰੀਤ ਨੂੰ ਕੋਈ ਨਾ ਬਦਲ ਸਕਿਆ ਤੇ ਨਾ ਕੋਈ ਬਦਲ ਸਕਦਾ ਹੈ। ਇਹ ਉਸ ਮਾਲਕ ਦੀ ਬਣਾਈ ਰੀਤ ਹੈ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ ਆਪਾਂ ਬਚਨ ਪੜ੍ਹਦੇ ਹਾਂ, ਜੋ ਉਪਜਿਓ ਸੋ ਬਿਨਸ ਹੈ ਪਰੋਂ ਆਜ ਕੇ ਕਾਲ। ਅੱਜ ਨਹੀਂ ਤਾਂ ਕੱਲ ਜਿਹੜਾ ਉਪਜਿਆ ਹੈ ਉਹਨੇ ਬਿਨਸ ਜਾਣਾ ਹੈ। ਇਹ ਅਟੱਲ ਸੱਚਾਈ ਹੈ। ਅਸੀਂ ਭਾਵੇਂ ਜਿੰਨੇ ਮਰਜ਼ੀ ਭਰਮ ਦੀ ਜ਼ਿੰਦਗੀ ਜਿਉਂਦੇ ਹੋਈਏ, ਜਿੰਨੇ ਮਰਜ਼ੀ ਭੁਲੇਖੇ ਪਾ ਲਈਏ, ਪਰ ਸੱਚ ਤਾਂ ਇਹ ਹੈ ਕਿ ਇੱਕ ਦਿਨ ਬਿਨਸਣਾ ਹੈ। ਜੋ ਆਇਆ ਸੋ ਚੱਲ ਸਹੀ ਸਭ ਕੋਈ ਆਈ ਵਾਰੀ ਹੈ। ਜਿਹੜਾ ਆਇਆ ਉਹਨੇ ਚੱਲਣਾ। ਔਰ ਇਹ ਵੀ ਨਹੀਂ ਕਿ 4 ਜਣੇ ਆਏ ਆ ਤੇ 2 ਚੱਲਣੇ ਆ, 2 ਰਹਿ ਜਾਣੇ, ਨਹੀਂ। ਜਿਹੜਾ ਵੀ ਆਇਆ ਹੈ ਉਹ ਸਭ ਨੇ ਇੱਕ ਦਿਨ ਦੁਨੀਆ ਤੋਂ ਚੱਲਣਾ ਹੈ। तो माता जी ਨੂੰ ਸਮਝਾ ਰਿਹਾ ਕਿ ਇਹ ਦੇਹ ਸਦੀ ਵੀ ਰਹਿਣ ਵਾਲੀ ਨਹੀਂ ਹੈ। ਜਿਹੜਾ ਵੀ ਉਪਜਦਾ ਹੈ ਉਹ ਇੱਕ ਦਿਨ ਇਹ ਦੇਹ ਜਿਹੜੀ ਆ ਬਿਨਸ ਜਾਂਦੀ ਹੈ। ਜੋ ਉੱਚੋ ਸੋ ਗਿਰਨੇ ਹਾਰ। ਜਿਹੜਾ ਜਿੰਨਾ ਉੱਚਾ ਹੁੰਦਾ ਹੈ ਉਨਾ ਹੀ ਥੱਲੇ ਆ ਕੇ ਉਹ ਗਿਰ ਜਾਂਦਾ ਹੈ। ਭਾਵ ਜਿਹੜਾ ਉੱਚਾ ਹੈ ਉਹਨੇ ਇੱਕ ਦਿਨ ਡਿੱਗਣਾ ਹੈ। ਬਾਲਕ ਤੇ ਹੋਵੇ ਸੋ ਕੁਮਾਰ। ਇਹ ਜੋ ਕਾਦਰ ਨੇ ਕੁਦਰਤ ਵਿੱਚ ਇੱਕ ਨਿਯਮ ਬਣਾਇਆ ਹੈ, 3 ਪੜਾਅ ਨੇ ਜ਼ਿੰਦਗੀ ਦੇ, ਬਾਲ, ਜਵਾਨੀ ਅਰ ਬਿਰਧ ਫੁੰਨ, 3 ਅਵਸਥਾ ਜਾਨ। ਜਿਹਦੇ ਵਿੱਚ ਬਾਲਕ ਅਵਸਥਾ ਜਿਹੜੀ ਹੈ ਇਹ ਸਦਾ ਨਹੀਂ ਰਹਿੰਦੀ। ਬਾਲ ਅਵਸਥਾ ਆਈ ਚਲੀ ਗਈ, ਸਦਾ ਬਚਪਨ ਸਾਡੇ ਕੋਲ ਨਹੀਂ ਰਹਿੰਦਾ। ਇਹ ਬਾਲ ਅਵਸਥਾ ਵੀ ਕੁਝ ਇਹਦੀ ਲਿਮਟ ਹੈ, ਇਹਦਾ ਕੋਈ ਟਾਈਮ ਹੈ, ਸਮਾਂ ਹੈ। ਸਮਾਂ ਪਾ ਕੇ ਇਹ ਬਾਲਪਨ ਵੀ ਚਲਾ ਜਾਂਦਾ ਹੈ। ਤਰੁਣ ਹੋਤ ਪੁਨ ਬ੍ਰਿਧਤਾ। ਫਿਰ ਬਾਲ ਅਵਸਥਾ ਤੋਂ ਬਾਅਦ ਜੋਬਨ ਆਉਂਦਾ ਹੈ, ਤਰਨ ਅਵਸਥਾ। ਤਰਨ ਆਪੋ ਇਉਂ ਹੀ ਗਇਓ, ਤਰਨ ਆਪੋ ਮੈਨੇ ਜੋਬਨ। ਫਿਰ ਜੋਬਨ ਦਾ ਵੀ ਇੱਕ ਸਮਾਂ ਜਿਹੜਾ ਉਹ ਲਿਮਟ ਹੈ, ਅਨਲਿਮਟ ਨਹੀਂ ਹੈ।
ਅਸੀਂ ਭਾਵੇਂ ਅੱਜ ਫੈਸ਼ਨ ਦੀ ਦੁਨੀਆ ਵਿੱਚ ਇਹਨੂੰ ਅਨਲਿਮਿਟ ਸਮਝ ਲਿਆ, ਬੜੇਪਾ ਵੀ ਹੋਵੇ ਬੰਦਾ ਫਿਰ ਵੀ ਕਹਿੰਦਾ ਮੈਂ ਜਵਾਨ ਹੀ ਦਿਸਣਾ ਚਾਹੁੰਦਾ, ਪਰ ਸੱਚ ਤਾਂ ਸੱਚ ਹੀ ਰਹਿਣਾ। ਜੇ ਬਾਲਪਨ ਸਦਾ ਨਹੀਂ ਰਿਹਾ ਤੇ ਜਦੋਂ ਜੋਬਨ ਆਉਣਾ ਇਹਨੇ ਵੀ ਸਦਾ ਨਹੀਂ ਰਹਿਣਾ। ਜੇ ਬਾਲਪਨ ਦਾ ਸਮਾਂ ਮੁੱਕ ਗਿਆ ਤੇ ਜੋਬਨ ਦਾ ਵੀ ਮੁੱਕ ਜਾਣਾ। ਪੁੰਨ ਬਿਰਧਤਾ ਧਾਰ, ਫਿਰ ਆਏਗਾ ਬੜੇਪਾ। ਤੇ ਬੜੇਪੇ ਦਾ ਵੀ ਇਹ ਵੀ ਨਹੀਂ ਕਿ ਸਮਾਂ ਜਿਹੜਾ ਹੈ ਉਹ ਅਨਲਿਮਿਟ, ਉਹਦੀ ਵੀ ਲਿਮਿਟ ਹੈ। ਇੱਕ ਦਿਨ ਬੜੇਪਾ ਵੀ ਮੁੱਕ ਜਾਣਾ। ਹੁਣ ਇੱਕ ਦਿਨ ਦੇਖੋ ਬੇਨਤੀ ਕੀਤੀ ਸੀ ਵੀ ਬਾਲ ਅਵਸਥਾ ਤੋਂ ਬਾਅਦ ਅਸੀਂ ਇੱਕ ਆਸ ਰੱਖ ਸਕਦੇ ਹਾਂ ਕਿ ਹਜੇ ਮੇਰੇ ਤੇ ਜੋਬਨ ਆਉਣਾ ਹੈ। ਜੋਬਨ ਤੋਂ ਬਾਅਦ ਵੀ ਅਸੀਂ ਇੱਕ ਆਸ ਰੱਖ ਸਕਦੇ ਹਾਂ ਬੜੇਪਾ ਆਉਣਾ ਹੈ। ਜੇ ਬੜੇਪੇ ਤੋਂ ਬਾਅਦ ਕਿਹੜੀ ਆਸ ਰੱਖੋਗੇ? ਉਸ ਤੋਂ ਬਾਅਦ ਤੇ ਸਮਾਂ ਖਤਮ, ਉਦੋਂ ਤੇ ਸਮਾਂ ਸਮਾਪਤ ਹੋ ਜਾਣਾ ਹੈ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਜੋ ਕੁਦਰਤ ਵਿੱਚ ਕਾਦਰ ਨੇ ਨਿਯਮ ਬਣਾਇਆ ਹੈ, ਇਹਦੇ ਵਿੱਚ ਬਾਲਪਨ ਵੀ ਹੈ, ਜੋਬਨ ਵੀ ਹੈ ਔਰ ਬੜੇਪਾ ਵੀ ਹੈ। ਜਰਾ ਗ੍ਰਸੇ ਤਬ ਜੀਵਨ ਹੋਏ। ਇਸ ਲਈ ਜਦੋਂ ਜਰਾ ਗਰਸੇ ਬੜੇਪਾ ਆ ਕੇ ਗਰਸ ਲੈਂਦਾ ਹੈ ਤਾਂ ਜੀਵਨ ਦੀ ਲੀਲਾ ਉਦੋਂ ਸਮਾਪਤ ਹੁੰਦੀ ਹੈ। ਬਹੁਰੂ ਅੰਤ ਸਮੇਂ ਮਹਿ ਸੋਏ। ਅੰਤ ਸਮਾਂ ਜਿਹੜਾ ਹੈ ਉਹ ਇੱਕ ਦਿਨ ਆ ਜਾਂਦਾ। ਜਿਹੜੀ ਸਾਨੂੰ ਜ਼ਿੰਦਗੀ ਮਿਲੀ ਹੈ ਨਾ, ਇਹ ਜਿਹੜਾ ਜਨਮ ਸਾਨੂੰ ਜੀਵਨ ਜਿਉਣ ਲਈ ਮਿਲਿਆ, ਇਹਦਾ ਇੱਕ ਦਿਨ ਸਮਾਂ ਮੁੱਕ ਜਾਣਾ ਹੈ। ਸਾਨੂੰ ਹਰ ਦਿਨ ਇਹ ਚੇਤਾ ਰੱਖ ਕੇ ਚੱਲਣਾ ਪੈਣਾ ਹੈ, ਕਿਉਂਕਿ ਪਤਾ ਕੋਈ ਨਹੀਂ ਸਮਾਂ ਕਦੋਂ ਮੁੱਕ ਜਾਣਾ ਹੈ, ਕਿਹੜੇ ਪਲ, ਕਿਹੜੀ ਘੜੀ, ਕਿਹੜੇ ਵਕਤ ਇਹ ਸਮਾਂ ਮੁੱਕ ਜਾਣਾ ਹੈ। ਕੋਈ ਪਤਾ ਨਹੀਂ ਕਿਆ ਜਾਣਾ ਕਿ ਮਰੇਂਗੇ ਕੈਸਾ ਮਰਨਾ ਹੋਏ। ਹਰ ਦਮ ਪਰਮੇਸ਼ਵਰ ਚੇਤੇ ਰਹਿਣਾ ਚਾਹੀਦਾ। ਜੇਕਰ ਸਾਹਿਬ ਮਨ ਹੋਣਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਇੱਥੇ ਗੁਰੂ ਸਾਹਿਬ ਜੀ ਮਾਤਾ ਜੀ ਨੂੰ ਸਮਝਾ ਰਹੇ ਨੇ ਕਿ ਫਿਰ ਇੱਕ ਦਿਨ ਇਹ ਸਮਾਂ ਆ ਜਾਂਦਾ ਹੈ। ਰਹੂ ਪੀਸੇ ਕੁਸ ਸ਼ੋਕ ਨ ਮਨ ਹੋ। ਤੋ ਸਾਡੀ ਵੀ ਦੇਹ ਤਿਆਗਣ ਦਾ ਸਮਾਂ ਆ ਗਿਆ ਹੈ। ਸਰੀਰਕ ਚੋਲਾ ਤਿਆਗਣ ਦਾ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਇਹ ਕੱਪੜਾ ਉਤਾਰਨ ਦਾ, ਇਹ ਚੋਲਾ ਉਤਾਰਨ ਦਾ, ਇਹ ਦੇਹ ਤਿਆਗਣ ਦਾ ਸਮਾਂ ਆ ਗਿਆ। ਤੇ ਤੁਸੀਂ ਕੀ ਕਰਨਾ? ਰਹੋ ਪਿੱਛੇ ਸਾਡੇ ਤੋਂ ਬਾਅਦ ਕਛ ਸ਼ੋਕ ਨਾ ਮੰਨੋ। ਸ਼ੋਕ ਨਹੀਂ ਮਨਾਉਣਾ। ਸਤਿਗੁਰ ਭਾਣੇ ਆਪਣੇ ਵਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਸਾਹਿਬ ਜੀ ਕਹਿੰਦੇ ਤੁਸੀਂ ਸ਼ੋਕ ਜਿਹੜਾ ਇਹ ਨਹੀਂ ਮਨਾਉਣਾ ਹੈ। ਦੇ ਆਪ ਤੇ ਤਜਨ ਠਾਨੁ ਹੋ। ਇਸ ਲਈ ਇਹ ਦੇਹ ਜਿਹੜੀ ਆ ਇਹ ਸਦਾ ਨਹੀਂ ਰਹਿੰਦੀ ਹੈ। ਜੇ ਕੋਈ ਕਹੇ ਵੀ ਮੈਂ ਇਹ ਦੇਹ ਨੂੰ ਨਹੀਂ ਤਿਆਗਣਾ ਤੇ ਮੇਰੇ ਕਹਿਣ ਨਾਲ ਕੁਝ ਨਹੀਂ ਹੋਣਾ। ਜੇ ਕਹਾਂ ਕਿ ਮੈਨੂੰ ਕੁਝ ਹੋ ਹੀ ਨਹੀਂ ਸਕਦਾ, ਮੈਂ ਤੇ ਕਦੇ ਮਰਨਾ ਹੀ ਕੋਈ ਨਹੀਂ, ਮੈਂ ਤੇ ਸਦਾ ਦੁਨੀਆ ਵਿੱਚ ਰਹਿਣ ਲਈ ਆਇਆ, ਇਹ ਵੀ ਨਹੀਂ ਹੋ ਸਕਦਾ, ਕਿਉਂਕਿ ਜੋ ਸੱਚ ਹੈ ਉਹਨੂੰ ਝੁਠਲਾਇਆ ਨਹੀਂ ਜਾ ਸਕਦਾ। ਅਸੀਂ ਬਕਾਇਦਾ ਉਦਾਹਰਣ ਦੇ ਕੇ ਸਮਝਾਇਆ ਗੁਰਬਾਣੀ ਦੇ ਵਿੱਚ, ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ, ਕੂੜ ਕਮਾਵੇ ਆਦਮੀ ਬੰਦ ਹੈ ਘਰ ਬਾਰਾ, ਜਾਗੋ ਜਾਗੋ ਸੁਤਿਓ ਚਲਿਆ ਬਣਜਾਰਾ। ਇਸ ਲਈ ਇੱਕ ਦਿਨ ਤਾਂ ਚੱਲਣਾ ਹੈ, ਜੋ ਆਇਆ ਸੋ ਚੱਲ ਸੀ। ਜੇ ਕੋਈ ਕਹੇ ਵੀ ਮੈਂ ਇਹ ਦੇਹ ਨਹੀਂ ਤਿਆਗਣੀ ਤਾਂ ਉਹਦੇ ਕਹਿਣ ਨਾਲ ਕੁਝ ਨਹੀਂ ਹੁੰਦਾ, ਕਿਉਂਕਿ ਮਨ ਕੀ ਮਨ ਹੀ ਮਾਹੇ ਰਹੀ। ਜੋ ਅਸੀਂ ਮਨ ਵਿੱਚ ਸੋਚਦੇ ਹਾਂ ਉਹ ਕਈ ਵਾਰੀ ਸਾਡੀ ਮਨ ਦੀਆਂ ਵਿਚਾਰਾਂ ਮਨ ਵਿੱਚ ਹੀ ਰਹਿ ਜਾਂਦੀਆਂ ਹਨ। ਪੁੱਤਰ ਸੋ ਪੁੱਤਰਨ ਕੋ ਸੁਖ ਦੇਖ। ਇਸ ਲਈ ਕਹਿੰਦੇ ਨੇ ਤੁਸੀਂ ਸਰੀਰਕ ਚੋਲਾ ਹਜੇ ਨਹੀਂ ਤਿਆਗਣਾ। ਅਜੇ ਸਾਡਾ ਸਰੀਰਕ ਚੋਲਾ ਤਿਆਗਣ ਦਾ ਸਮਾਂ ਆਇਆ ਹੈ। ਤੁਸੀਂ ਤਾਂ ਹਜੇ ਪੁੱਤ ਸੋ ਪੁੱਤਰਨ ਕੋ ਸੁਖ ਦੇਖ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤੁਸੀਂ ਆਪਣੇ ਪੁੱਤ ਦੇ ਅੱਗੋਂ ਜਿਹੜੇ ਪੁੱਤਰ ਹੋਣੇ ਆ, ਭਾਵ ਤੁਹਾਡੇ ਜਿਹੜੇ ਪੋਤੇ ਹੋਣੇ ਆ, ਤੁਸੀਂ ਤਾਂ ਉਹਨਾਂ ਨੂੰ ਵੀ ਗੁਰਮਤ ਦੀਆਂ ਗੁੜਤੀਆਂ ਦੇਣੀਆਂ ਨੇ। ਉਹਨਾਂ ਨੂੰ ਵੀ ਤੁਸੀਂ ਜਿਹੜਾ ਉਹ ਵੇਖ ਕੇ ਸੁੱਖ ਭੋਗਣਾ ਹੈ। ਸਾਦੀ ਕਰੋ ਆਨੰਦ ਵਿਸੇਖ। ਇਸ ਲਈ ਸ਼ਾਦੀ ਦਾ ਅਰਥ ਇੱਥੇ ਜਿਹੜਾ ਆਉਂਦਾ ਹੈ ਉਹ ਖੁਸ਼ੀ ਵਾਸਤੇ ਆਉਂਦਾ ਹੈ। ਕਿ ਖੁਸ਼ੀ ਮਨ ਤੁਸੀਂ ਜਿਹੜਾ ਸਦਾ ਖੁਸ਼ ਰਹਿਣਾ ਹੈ, ਤੁਸੀਂ ਸਦਾ ਪ੍ਰਸੰਨ ਰਹਿਣਾ ਹੈ। ਇਹ ਜੋ ਤੁਹਾਨੂੰ ਅਸੀਂ ਸਮਝਾ ਰਹੇ ਹਾਂ। ਅੰਤ ਸਮਾ ਹੋਏ ਪ੍ਰਾਪਤ ਜਬੈ। ਹਾਂ, ਜਦੋਂ ਦੇਖੋ ਇਹ ਨਹੀਂ ਕਿ ਗੁਰੂ ਸਾਹਿਬ ਕਹਿੰਦੇ ਵੀ ਮੈਂ ਦੇਹ ਨੂੰ ਤਿਆਗਣਾ, ਤੁਸੀਂ ਨਹੀਂ ਤਿਆਗਣਾ। ਸਾਹਿਬ ਕਹਿੰਦੇ ਇੱਕ ਦਿਨ ਟਾਈਮ ਤੁਹਾਡਾ ਵੀ ਆਉਣਾ ਹੈ, ਪਰ ਹਜੇ ਨਹੀਂ। ਜਦੋਂ ਤੁਹਾਡਾ ਦੇਹ ਤਿਆਗਣ ਦਾ ਸਮਾਂ ਆਏਗਾ, ਅੰਤ ਸਮਾਂ ਹੋਏ ਪ੍ਰਾਪਤ ਜਮੈ ਜਬੈ। ਮਾਤਾ ਗੰਗਾ ਜੀ ਨੂੰ ਕਹਿੰਦੇ ਜਦੋਂ ਤੁਸੀਂ ਸਰੀਰਕ ਚੋਲਾ ਤਿਆਗਣਾ, ਤੁਹਾਡੇ ਸਰੀਰਕ ਚੋਲਾ ਤਿਆਗਣ ਦਾ ਟਾਈਮ ਆਵੇਗਾ, ਹਮ ਸੋ ਮਿਲ ਹੈ ਆਨ ਤੂਤ ਹੈ। ਉਦੋਂ ਫਿਰ ਤੁਹਾਡਾ ਤੇ ਸਾਡਾ ਜਿਹੜਾ ਉਹ ਇੱਕ ਦਿਨ ਮੇਲ ਹੋਏਗਾ। ਰੱਬੀ ਰੂਹਾਂ ਦਾ ਮੇਲ ਜਿਹੜਾ ਉਹ ਸਦਾ ਲਈ ਨਿਰੰਕਾਰ ਦੇ ਘਰ ਦੇ ਵਿੱਚ ਹੋ ਜਾਏਗਾ। ਇੱਕ ਦਿਨ ਇਹ ਵੀ ਬੇਨਤੀ ਕੀਤੀ ਸੀ ਕਿ ਅਸੀਂ ਆਨੰਦ ਕਾਰਜ ਵੇਲੇ ਜੋ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸੂਹੀ ਰਾਗ ਵਿੱਚ 4 ਲਾਵਾਂ ਦੇ ਸ਼ਬਦ ਪੜ੍ਹਦੇ ਹਾਂ, 4 ਲਾਵਾਂ ਦਾ ਪਾਠ ਸੁਣਦੇ ਹਾਂ, ਉਹ ਸਰੀਰਾਂ ਦਾ ਮੇਲ ਨਹੀਂ ਹੈ, ਉਹ ਸਾਡੀਆਂ ਰੂਹਾਂ ਦਾ ਮੇਲ ਹੈ। ਉਹ ਜਿਹੜੇ 4 ਸ਼ਬਦ ਨੇ, ਹਰ ਪਹਿਲਣੀ ਲਾਮ ਪ੍ਰਵਰਤੀ ਕਰਮ ਦੜਾਇਆ ਬਲਰਾਮ, ਇਹ ਸਾਡੀਆਂ ਰੂਹਾਂ ਦੇ ਮੇਲ ਨੇ। ਇਸ ਲਈ ਗੁਰੂ ਸਾਹਿਬ ਕਹਿੰਦੇ ਜਦੋਂ ਤੁਹਾਡਾ ਅੰਤ ਸਮਾਂ ਆਏਗਾ, ਹਮ ਸੋ ਮਿਲੇ ਆਨ ਤੂੰ ਤਬੈ, ਉਸ ਵੇਲੇ ਤੁਹਾਡਾ ਤੇ ਸਾਡਾ ਤੇ ਰੱਬੀ ਰੂਹਾਂ ਦਾ ਮੇਲ ਹੋ ਜਾਵੇਗਾ। ਗੰਗਾ ਸੁਣੀ ਅਚਾਨਕ ਬਾਤੀ। ਹੁਣ ਗੁਰੂ ਸਾਹਿਬ ਤਾਂ ਆਪਣੇ ਵੱਲੋਂ ਧੀਰਜ ਦੇ ਹੀ ਰਹੇ ਨੇ, ਗੁਰੂ ਸਾਹਿਬ ਆਪਣੇ ਵੱਲੋਂ ਹੌਸਲਾ ਦੇ ਰਹੇ ਆ, ਪਰ ਮਾਤਾ ਗੰਗਾ ਜੀ ਤਾਂ ਅਚਾਨਕ ਇਹ ਗੱਲ ਸੁਣ ਰਹੇ ਆ। ਉਹਨਾਂ ਨੇ ਤਾਂ ਚਿਤਵਿਆ ਵੀ ਨਹੀਂ ਸੀ ਵੀ ਗੁਰੂ ਸਾਹਿਬ ਅੱਜ ਆ ਕੇ ਮੇਰੇ ਸਾਹਮਣੇ ਆਹ ਗੱਲ ਕਰ ਦੇਣਗੇ। ਜੋ ਮਨ ਚੇਤਨਾ ਚੇਤੇ ਸਨ। ਅਚਾਨਕ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਮੁਖ ਤੋਂ ਇਹ ਗੱਲ ਮਾਤਾ ਜੀ ਨੇ ਸੁਣੀ ਹੈ। ਕਮਲ ਬਿਲੋਚਨ ਅਸਰ ਕਪਾਤੀ। ਹੁਣ ਸੁਭਾਵਕ ਹੈ, ਅੱਖਾਂ ਦੇ ਵਿੱਚ ਨੇਤਰਾਂ ਵਿੱਚ ਨੀਰ ਤਾਂ ਭਰ ਆਏਗਾ ਵਿਰਾਗ ਦਾ ਵੀ। ਇਹ ਕੀ ਕਹਿ ਰਹੇ ਨੇ? ਉਸੇ ਵੇਲੇ ਮਾਤਾ ਜੀ ਦੇ ਕਮਲ ਬਿਲੋਚਨ ਨੇਤਰਾਂ ਵਿੱਚ ਅਸ਼ਰੂ ਭਾਵ ਅਥਰੂ ਜਿਹੜੇ ਨੇ ਮਾਤਾ ਜੀ ਦੇ ਨੇਤਰਾਂ ਵਿੱਚ ਭਰ ਆਏ ਹਨ। ਇਹ ਕਿਮ ਕਹੀ ਆਪਨੇ ਬਾਣੀ। ਕਹਿੰਦੇ ਇਹ ਕਿਮ ਕਹੀ, ਇਹ ਗੱਲ ਤੁਸੀਂ ਕਿੱਦਾਂ ਕਹਿ ਦਿੱਤੀ? ਜਿਹੜੀ ਤੁਸੀਂ ਹੁਣ ਗੱਲ ਕਹਿ ਰਹੇ ਹੋ ਵੀ ਸਵੇਰੇ ਅਸੀਂ ਜਾਣਾ ਲਾਹੌਰ ਜਾਣਾ ਤੇ ਉੱਥੇ ਜਾ ਕੇ ਦੇਹ ਨੂੰ ਤਿਆਗਣਾ, ਇਹ ਗੱਲ ਤੁਸੀਂ ਕਿਵੇਂ ਕਹਿ ਦਿੱਤੀ ਹੈ? ਤੀਖਨ ਤਪਤਨ ਰਾਂਚ ਸਮਾਨੀ। ਤੁਹਾਡੇ ਇਹ ਬੋਲ, ਤੁਹਾਡੀ ਇਹ ਗੱਲ ਜਿਵੇਂ ਕੋਈ ਤਿੱਖਾ ਤੀਰ ਆ ਕੇ ਸੀਨੇ ਨੂੰ ਵੱਜਾ ਹੋਵੇ, ਇਸ ਤਰ੍ਹਾਂ ਤੁਹਾਡੇ ਇਹ ਬੋਲ ਮੇਰੇ ਹਿਰਦੇ ਵਿੱਚ ਆ ਕੇ ਤੀਰ ਦੀ ਤਰ੍ਹਾਂ ਲੱਗੇ ਹਨ। ਸਰੁਤ ਦਰ ਪਰ ਵਿਸਰਿਦਾ ਮਮ ਵੇਦਾ। ਇਦਾਂ ਵੀ ਕਿਸੇ ਨੇ ਕੰਨਾਂ ਦੇ ਰਾਹੀਂ ਜਿਹੜਾ ਉਹ ਮੇਰੇ ਹਿਰਦੇ ਨੂੰ ਆਪਣੇ ਬੋਲਾਂ ਦੇ ਰਾਹੀਂ ਵਿੰਨ ਕੇ ਰੱਖ ਦਿੱਤਾ ਹੋਵੇ। ਅਸੋ ਉਪਦੇਸ਼ਤ ਹੋ ਸਮੇਦਾ। ਇੱਕ ਪਾਸੇ ਤੁਸੀਂ ਧੀਰਜ ਦਾ ਉਪਦੇਸ਼ ਮੈਨੂੰ ਦੇ ਰਹੇ ਹੋ ਔਰ ਇੱਕ ਪਾਸੇ ਅਚਾਨਕ ਇਸ ਤਰ੍ਹਾਂ ਦੀ ਗੱਲ ਕਰਦੇ ਹੋ। ਧੀਰਜ ਤਰਨ ਬਖਾਨਤ ਆਪੂ। ਇਹ ਜਿਹੜਾ ਤੁਹਾਡਾ ਧੀਰਜ ਮੈਨੂੰ ਦੇਣਾ ਹੈ ਨਾ, ਜੋ ਤੁਸੀਂ ਕਹਿ ਰਹੇ ਹੋ, ਬੋਲ ਰਹੇ ਹੋ ਔਰ ਮੈਨੂੰ ਹੌਸਲਾ ਦੇ ਰਹੇ ਹੋ, ਜਿਸ ਤੇ ਇਸ ਜਤ ਅਨੰਦ ਖਾਪੂ। ਜਿਸ ਤੇ ਜਿਹੜਾ ਤੁਸੀਂ ਧੀਰਜ ਦੇ ਰਹੇ ਹੋ ਔਰ ਨਾਲੇ ਇਹ ਕਹਿ ਰਹੇ ਹੋ ਵੀ ਦੇਹ ਤਾਂ ਜਿਹੜੀ ਆ ਇੱਕ ਦਿਨ ਤਿਆਗਣੀ ਹੈ, ਇਹ ਤਾਂ ਉਸ ਮਾਲਕ ਦੇ ਬਣਾਏ ਹੋਏ ਨਿਯਮ ਅਨੁਸਾਰ ਇਸ ਦੇਹ ਦਾ ਤਿਆਗ ਇੱਕ ਦਿਨ ਹੋਣਾ ਹੈ, ਪਰ ਇਹਦੇ ਨਾਲ ਤੁਸੀਂ ਕਹਿੰਦੇ ਹੋ ਖੁਸ਼ ਵੀ ਰਹਿਣਾ, ਪ੍ਰਸੰਨ ਵੀ ਰਹਿਣਾ। ਹੁਣ ਤੁਸੀਂ ਦੱਸੋ ਵੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਇੱਕ ਇਸਤਰੀ ਦਾ ਪਤੀ ਕਹਿੰਦਾ ਵੀ ਸਵੇਰੇ ਮੈਂ ਆਪ ਜਾਣਾ ਤੇ ਪਰਤ ਕੇ ਮੁੜ ਕੇ ਦੇਹ ਦੇ ਵਿੱਚ ਨਹੀਂ ਆਉਣਾ, ਦੇਹ ਨੂੰ ਜਾ ਕੇ ਤਿਆਗ ਦੇਣਾ। ਇਸ ਲਈ ਮੇਰੇ ਵਾਸਤੇ ਵੀ ਇਹ ਬੋਲ ਸੁਣਨੇ ਔਖੇ ਆ ਤੇ ਤੁਸੀਂ ਕਹਿੰਦੇ ਹੋ ਖੁਸ਼ ਰਹੋ, ਪ੍ਰਸੰਨ ਰਹੋ। ਤੁਹਾਡੇ ਇਹ ਬੋਲ ਮੈਨੂੰ ਪ੍ਰਸੰਨ ਕਿਵੇਂ ਕਰਨਗੇ? ਸਭ ਸੰਗਤ ਕੇ ਸਹਿਤ ਕੁਟੰਬੂ। ਕੇਵਲ ਗੱਲ ਮੇਰੀ ਨਹੀਂ,
ਕੁਟੰਬ ਮੈਨੇ ਪਰਿਵਾਰ, ਪਰਿਵਾਰ ਦੇ ਸਹਿਤ ਸਮੇਤ ਜਿੰਨੀਆਂ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਹਨ, ਕਰਨ ਸਰਿਹ ਕੇ ਆਪ ਅਲੰਬੂ ਇਹ ਆਪ ਜੀ ਨੂੰ ਪਤਾ ਹੈ ਕਿ ਉਹ ਆਪ ਜੀ ਦੇ ਸਹਾਰੇ ਨੇ, ਆਪ ਜੀ ਦੇ ਆਸਰੇ ਨੇ। ਜਿੰਨਾ ਵੀ ਗੁਰੂ ਨਾਨਕ ਨਾਮ ਲੇਵਾ ਸੰਗਤ ਹੈ ਉਹਨਾਂ ਦਾ ਤੁਸੀਂ ਆਸਰਾ ਹੋ, ਉਹ ਸਾਰੇ ਦੇ ਸਾਰੇ ਤੁਹਾਡੇ ਆਸਰੇ ਹਨ। ਸ੍ਰੀ ਹਰਗੋਬਿੰਦ ਬਾਲਕ ਵੈਸਾ, ਔਰ ਤੁਸੀਂ ਕਹਿੰਦੇ ਹੋ ਹਰਗੋਬਿੰਦ ਜੀ ਇਸ ਤਖਤ ਦੇ ਯੋਗ ਹੋ ਗਏ ਨੇ, ਇਸ ਤਖਤ ਦੇ ਲਾਇਕ ਹੋ ਗਏ ਨੇ, ਗੁਰਤਾ ਗੱਦੀ ਦੀਆਂ ਜ਼ਿੰਮੇਵਾਰੀਆਂ ਸਾਰੀਆਂ ਇਹ ਸੰਭਾਲਣਗੇ। ਪਰ ਮੇਰੀ ਦੇਖੋ, ਬੱਚਾ ਜਿੰਨਾ ਮਰਜ਼ੀ ਵੱਡਾ ਹੋ ਜਾਏ ਪਰ ਮਾਂ ਦੇ ਸਾਹਮਣੇ ਉਹ ਬੱਚਾ ਛੋਟਾ ਹੀ ਉਹਨੂੰ ਲੱਗਦਾ ਰਹਿੰਦਾ ਹੈ। ਕਹਿੰਦੇ ਵੀ ਹਜੇ ਤਾਂ ਹਰਗੋਬਿੰਦ ਜੀ ਦੀ ਉਮਰ ਬਹੁਤੀ ਵੱਡੀ ਨਹੀਂ ਹੈ। ਆਪ ਜਨਾਬਤ ਕਾਰਜ ਕੈਸਾ, ਫਿਰ ਤੁਸੀਂ ਕਹਿੰਦੇ ਹੋ ਵੀ ਉਹ ਸਾਰੇ ਕਾਰਜ ਉਹੀ ਕਰੇਗਾ, ਸਾਰੀ ਜ਼ਿੰਮੇਵਾਰੀਆਂ ਉਹ ਸੰਭਾਲੇਗਾ, ਕਿਵੇਂ ਹੋ ਸਕਦਾ ਹੈ? ਸਤਰੂ ਗਨ ਸਭ ਰਚਿਤ ਪਾਇਆ, ਤੁਹਾਨੂੰ ਪਤਾ ਨਹੀਂ ਕਿ ਜਦੋਂ ਦਾ ਪੁੱਤਰ ਹਰਗੋਬਿੰਦ ਜੀ ਦਾ ਪ੍ਰਕਾਸ਼ ਹੋਇਆ, ਵੈਰੀਆਂ ਦਾ ਉਦੋਂ ਤੋਂ ਹੀ ਜ਼ੋਰ ਲੱਗਾ ਹੋਇਆ ਹੈ, ਉਦੋਂ ਤੋਂ ਹੀ ਕੋਸ਼ਿਸ਼ਾਂ ਉਹਨਾਂ ਦੀਆਂ ਜਿਹੜੀਆਂ ਨੇ ਹੁੰਦੀਆਂ ਰਹੀਆਂ ਹਨ। ਨੀਠ ਨੀਠ ਨਿਜ ਆਨੰਦ ਬਚਾਇਆ, ਇਹ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਹੈ ਜਿਨ੍ਹਾਂ ਨੇ ਸਮੇਂ-ਸਮੇਂ ਦੇ ਨਾਲ ਹਰਗੋਬਿੰਦ ਜੀ ਦੀ ਰੱਖਿਆ ਕੀਤੀ ਹੈ। ਤੁਮ ਸਮਰੱਥ ਹੋ ਨਿਤ ਸਭ ਭਾਂਤੀ, ਇਹ ਸਮਰੱਥ ਗੁਰਦੇਵ ਗੁਰੂ ਅਰਜਨ ਦੇਵ ਪਾਤਸ਼ਾਹ ਮੇਰੇ ਸਿਰ ਦੇ ਸਾਈਂ, ਤੁਸੀਂ ਸਰਬ ਕਲਾ ਸਮਰੱਥ ਹੋ। ਕੌਣ ਆਸਰੋ ਗਹਿ ਪਛਾਤੀ, ਪਛਾਤੀ ਤੁਹਾਡੇ ਤੋਂ ਮਗਰੋਂ ਫਿਰ ਇਹ ਸਾਰੀ ਸੰਗਤ ਕਿਹਦਾ ਆਸਰਾ ਲਏਗੀ? ਅਸੀਂ ਕਿਹਦੇ ਆਸਰੇ ਜਿਹੜਾ ਉਹ ਰਹਿਣਾ ਹੈ? ਸ੍ਰੀ ਅਰਜਨ ਜੀ ਪੁਨਹ ਬਖਾਨੀ, ਜਦੋਂ ਮਾਤਾ ਜੀ ਦੇ ਅੰਦਰ ਇਹ ਭਾਵਨਾ ਨੂੰ ਵੇਖਿਆ ਤਾਂ ਉਦੋਂ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਫਿਰ ਆਪਣੇ ਮੁਖਾਰਬਿੰਦ ਤੋਂ ਬੋਲਣਾ ਕੀਤਾ। ਅਸ ਚਿੰਤਾ ਕਿਮ ਚਿਤ ਮਹਿ ਖਾਨੀ, ਅਰੇ ਕਹਿੰਦੇ ਇੰਨੀ ਚਿੰਤਾ ਚਿੱਤ ਵਿੱਚ ਕਿਵੇਂ ਬਣਾ ਲਈ? ਇੱਥੇ ਕੋਈ ਚਿੰਤਾ ਦੀ ਲੋੜ ਨਹੀਂ। ਚਿੰਤਾ ਤਾਂ ਕੀ ਕੀਜੀ ਹੈ ਜੋ ਅੰਨ ਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਇਸ ਲਈ ਕੋਈ ਅੰਨ ਹੋਣੀ ਨਹੀਂ। ਜੇ ਦੇਹ ਧਾਰ ਕੇ ਆਏ ਆ ਤੇ ਦੇਹ ਦਾ ਤਿਆਗ ਵੀ ਇੱਕ ਦਿਨ ਕਰਨਾ ਹੈ। ਇਹ ਕੋਈ ਅੰਨ ਹੋਣੀ ਨਹੀਂ ਤੇ ਹੋਣਾ ਹੈ। ਇਸ ਲਈ ਤੁਹਾਨੂੰ ਇਹ ਚਿੰਤਾ ਨਹੀਂ ਕਰਨੀ ਚਾਹੀਦੀ ਹੈ। ਸ੍ਰੀ ਨਾਨਕ ਸਮਰਥ ਜਗਨਾਥਾ, ਜੋ ਧੰਨ ਗੁਰੂ ਨਾਨਕ ਸਾਹਿਬ ਸਰਬ ਕਲਾ ਸਮਰੱਥ ਜਗਤ ਦੇ ਮਾਲਕ ਹਨ, ਤਿਨ ਕੋ ਇਹ ਮਾਥ ਪਰ ਹਥਾ, ਉਹਨਾਂ ਦਾ ਮਿਹਰ ਭਰਿਆ ਹੱਥ ਤੁਹਾਡੇ ਤੇ, ਹਰਗੋਬਿੰਦ ਜੀ ਤੇ ਔਰ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਤੇ ਉਹਨਾਂ ਦਾ ਹੱਥ ਸਦਾ ਹੈ। ਸਦਾ ਸਹਾਇਕ ਬਿਗਨ ਨਸਾਇਕ, ਉਹ ਸਦਾ ਸਹਾਇਕ ਨੇ, ਸਦਾ ਸਹਾਈ ਹੋਣ ਵਾਲੇ ਨੇ ਔਰ ਵਿਗਨਾਂ ਦਾ ਨਾਸ਼ ਕਰਨ ਵਾਲੇ ਹਨ। ਪ੍ਰਭੂ ਵਿਸਾਲ ਗਨ ਸਤਨ ਗਾਇਕ, ਇਸ ਲਈ ਪ੍ਰਭੂ ਵਿਸ਼ਾਲ ਹੈ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ਆਪੇ ਵੈਰੀਆਂ ਨਾਲ ਜੇ ਕੋਈ ਵੈਰ ਭਾਵਨਾ ਰੱਖ ਕੇ ਆਵੇਗਾ ਫਿਰ ਉਹ ਆਪੇ ਹੀ ਉਹਦੇ ਨਾਲ ਨਿਪਟ ਲੈਣਗੇ। ਗੁਰ ਪ੍ਰਤਾਪ ਤੇ ਹਰਗੋਬਿੰਦ, ਤੁਹਾਡੇ ਪੁੱਤਰ ਹਰਗੋਬਿੰਦ ਜੀ ਦਾ ਪ੍ਰਤਾਪ ਦਿਨੋਂ ਦਿਨ ਬਹੁਤ ਵਧੇਗਾ। ਬਹੁਤ ਪ੍ਰਤਾਪ ਜਿਹੜਾ ਹਰਗੋਬਿੰਦ ਜੀ ਦਾ ਵਧੇਗਾ। ਦਿਨ ਪ੍ਰਤ ਇਨ ਕੋ ਤੇਜ ਬਿਲੰਦ, ਦਿਨ ਪ੍ਰਤੀ ਦਿਨ ਜਿਹੜਾ ਇਹਨਾਂ ਦਾ ਤੇਜ ਵਧੇਗਾ, ਪ੍ਰਤਾਪ ਵਧੇਗਾ। ਤੇ ਸਾਹਮਣੇ ਵਾਲਾ ਜਿਹੜਾ ਵੈਰ ਦੀ ਭਾਵਨਾ ਰੱਖ ਕੇ ਆਏਗਾ ਉਹ ਤੁਹਾਡੇ ਪੁੱਤਰ ਹਰਗੋਬਿੰਦ ਜੀ ਦਾ ਤੇਜ ਚੱਲ ਨਹੀਂ ਸਕੇਗਾ। ਉਹਨਾਂ ਕੋਲੋਂ ਇਹ ਜਿਹੜਾ ਪ੍ਰਤਾਪ ਹੈ, ਤੇਜ ਹੈ, ਉਹ ਝੱਲਿਆ ਨਹੀਂ ਜਾ ਸਕੇਗਾ। ਅਪਰ ਨਾ ਕੀ ਜਹ ਚਿਤ ਦੁਚਤਾਈ, ਇਸ ਲਈ ਤੁਸੀਂ ਆਪਣੇ ਚਿੱਤ ਨੂੰ ਡਲਾਓ ਨਾ। ਜਿਹੜੀ ਗੱਲ ਅਸੀਂ ਕਹਿ ਰਹੇ ਹਾਂ ਉਹਨੂੰ ਧਿਆਨ ਲਾ ਕੇ ਸਮਝ ਲਵੋ। ਬੇਦੀ ਕੁਲ ਕੇ ਤਿਲਕ ਸਹਾਈ, ਤੁਹਾਡੇ ਪੁੱਤਰ ਹੁਣ ਸਰਬ ਕਲਾ ਸਮਰੱਥ ਨੇ, ਹਰ ਪੱਖ ਤੋਂ ਇਸ ਤਖਤ ਦੇ ਯੋਗ ਨੇ। ਬੇਦੀ ਕੁਲ ਤੋਂ ਭਾਵ ਗੁਰੂ ਨਾਨਕ, ਜਿਹੜਾ ਹੁਣ ਗੁਰਤਾ ਗੱਦੀ ਚੱਲੀ ਤਾਂ ਗੁਰੂ ਨਾਨਕ ਸਾਹਿਬ ਤੋਂ ਹੈ। ਗੁਰੂ ਨਾਨਕ ਸਾਹਿਬ ਨੂੰ ਗੁਰਤਾ ਗੱਦੀ ਧੁਰੋਂ ਹੀ ਪ੍ਰਾਪਤ ਹੋਈ ਹੈ। ਅਸੀਂ ਗੁਰੂ ਅੰਗਦ ਦੇਵ ਪਾਤਸ਼ਾਹ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਤੱਕ ਗੁਰਤਾ ਗੱਦੀ ਦਿਵਸ ਮਨਾਉਂਦੇ ਆਏ ਹਾਂ ਤੇ ਅਗਾਂਹ ਵੀ ਮਨਾਉਂਦੇ ਰਵਾਂਗੇ। ਪਰ ਗੁਰੂ ਨਾਨਕ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਕਦੇ ਨਹੀਂ ਮਨਾਇਆ ਤੇ ਨਾ ਅੱਗੇ ਕਦੇ ਅਸੀਂ ਮਨਾਵਾਂਗੇ, ਕਿਉਂਕਿ ਉਹ ਦਿਨ ਆਉਂਦਾ ਹੀ ਨਹੀਂ। ਗੁਰੂ ਨਾਨਕ ਸਾਹਿਬ ਜੀ ਦੇ ਗੁਰਤਾ ਗੱਦੀ ਦਾ ਜਿਹੜਾ ਦਿਨ ਹੈ ਉਹ ਕਦੇ ਆਉਂਦਾ ਹੀ ਨਹੀਂ ਹੈ। ਗੁਰੂ ਅੰਗਦ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਹੈ, ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਤੱਕ, ਪਰ ਗੁਰੂ ਨਾਨਕ ਸਾਹਿਬ ਦਾ ਨਹੀਂ, ਕਿਉਂਕਿ ਉਹ ਧੁਰੋਂ ਹੀ ਇਹ ਜਿਹੜੀਆਂ ਨੇ ਤਖਤ ਦੀਆਂ ਗੱਦੀ ਦੀਆਂ ਜ਼ਿੰਮੇਵਾਰੀਆਂ ਲੈ ਕੇ ਮਹਾਰਾਜ ਆਏ ਆ। ਇਸ ਲਈ ਕਹਿ ਰਹੇ ਆ ਵੀ ਇਹ ਜਿਹੜੀ ਗੁਰਤਾ ਗੱਦੀ ਹੈ ਇਹਦੇ ਜਿਹੜੇ ਯੋਗ ਤੁਹਾਡੇ ਪੁੱਤਰ ਹਰਗੋਬਿੰਦ ਜੀ ਨੇ, ਇਸ ਲਈ ਉਹ ਆਪ ਇਹਦੇ ਸਹਾਈ ਹੋਣਗੇ। ਅਸ ਕਹਿ ਕਰੁਣਾ ਧਾਰ ਨਿਹਾਰਾ, ਇੰਨੀ ਗੱਲ ਕਹਿ ਕੇ ਕਰੁਣਾ ਕਿਰਪਾ ਦੀ ਨਜ਼ਰ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਮਾਤਾ ਜੀ ਦੇ ਵੱਲ ਤੱਕਿਆ, ਕਿਉਂਕਿ ਪਹਿਲਾਂ ਤਾਂ ਚਲੋ ਗੱਲਬਾਤ ਹੋ ਰਹੀ ਸੀ। ਹੁਣ ਜਿਹੜੀ ਤਰਸ ਦੀ, ਕਰੁਣਾ ਦੀ, ਕਿਰਪਾ ਦੀ ਨਜ਼ਰ ਨਾਲ ਤੱਕਿਆ, ਹੁਣ ਇਹ ਜਿਹੜੀ ਨਜ਼ਰ ਨਾਲ ਤੱਕਿਆ ਉਹਦੇ ਨਾਲ ਕੀ ਹੋਇਆ? ਉਰ ਗੰਗਾ ਕੇ ਮੋਹ ਵਿਦਾਰਾ, ਜਿਹੜਾ ਅੰਦਰ ਮੋਹ ਸੀ ਨਾ ਉਹ ਮੋਹ ਦੀਆਂ ਤੰਦਾਂ ਹੀ ਅੰਦਰੋਂ ਤੋੜ ਦਿੱਤੀਆਂ। ਇੰਨੀ ਨਜ਼ਰ ਦੇ ਵਿੱਚ ਬਖਸ਼ਿਸ਼ ਹੈ। ਜੇ ਕਿਸੇ ਉੱਤੇ ਇੱਕ ਕਰੁਣਾ ਦੀ ਨਜ਼ਰ ਹੋ ਜਾਏ ਤਾਂ ਕਹਿੰਦੇ ਅੰਦਰ ਦੀਆਂ ਮੋਹ ਦੀਆਂ ਤੰਦਾਂ ਜਿਹੜੀਆਂ ਸੀ ਉਹ ਤੋੜ ਦਿੱਤੀਆਂ। ਪ੍ਰਾਪਤ ਭਇਓ ਗਿਆਨ ਸੁਖ ਦਾ, ਤੇ ਜਦੋਂ ਮੋਹ ਦੀ ਤੰਦ ਟੁੱਟੇਗੀ ਫਿਰ ਤੁਹਾਨੂੰ ਅਧਿਆਤਮਿਕ ਗਿਆਨ, ਕਿਉਂਕਿ ਮੋਹ ਪਿਆ ਸਰੀਰ ਨਾਲ, ਮੋਹ ਪਿਆ ਸੰਸਾਰ ਨਾਲ, ਧਿਆਨ ਅੰਦਰ ਜਾਂਦਾ ਨਹੀਂ, ਸੁਰਤ ਅੰਦਰ ਜਾਂਦੀ ਨਹੀਂ ਔਰ ਖਿਆਲ ਅੰਦਰ ਨਹੀਂ ਜਾਂਦਾ। ਇਸ ਲਈ ਅੰਦਰ ਦੀ ਸੋਝੀ ਨਹੀਂ ਹੁੰਦੀ ਸਾਨੂੰ। ਜਿੰਨਾ ਸਾਨੂੰ ਬਾਹਰੀ ਗਿਆਨ ਹੈ ਨਾ ਵਿਗਿਆਨ ਦੇ ਤਲ ਤੇ, ਜਿੰਨਾ ਸਾਨੂੰ ਬਾਹਰੀ ਗਿਆਨ ਹੈ ਉਹਨਾਂ ਸਾਨੂੰ ਬ੍ਰਹਮ ਗਿਆਨ ਨਹੀਂ ਹੈ। ਜਿੰਨਾ ਅਸੀਂ ਵਿਗਿਆਨ ਇਕੱਠਾ ਕਰ ਲਿਆ ਉਹਨਾਂ ਸਾਡੇ ਕੋਲ ਬ੍ਰਹਮ ਗਿਆਨ ਨਹੀਂ। ਕਿਉਂ? ਕਿਉਂਕਿ ਪਕੜ ਸਰੀਰ ਦੀ ਬਣੀ ਹੋਈ ਹੈ ਤੇ ਸਰੀਰ ਦੇ ਨਾਲ ਸੰਸਾਰ ਤੇ ਮਾਇਆਵੀ ਪਦਾਰਥ ਜੁੜੇ ਆ। ਇਸ ਲਈ ਪਕੜ ਇਹਨਾਂ ਦੀ ਬਣੀ ਆ, ਧਿਆਨ ਅੰਦਰ ਜਾਂਦਾ ਹੀ ਕੋਈ ਨਹੀਂ। ਜਦੋਂ ਅਸੀਂ ਪਾਠ ਕਰੀਏ, ਸਿਮਰਨ ਕਰੀਏ, ਧਿਆਨ ਮਾਇਆਵੀ ਪਦਾਰਥਾਂ ਵੱਲ ਹੀ ਜਾਂਦਾ ਹੈ। ਬਾਣੀ ਨਿਰੰਕਾਰ ਦੀ ਹੋਵੇ ਤੇ ਧਿਆਨ ਸੰਸਾਰ ਵੱਲ ਹੋਵੇ। ਇੱਥੋਂ ਹੀ ਅੰਦਾਜ਼ਾ ਲਾ ਲਓ ਕਿ ਹਜੇ ਮੋਹ ਦੀ ਤੰਦ ਬੜੀ ਮਜ਼ਬੂਤ ਹੈ। ਹਾਲਾਂਕਿ ਨਿਰੰਕਾਰ ਦੀ ਬਾਣੀ ਦਾ ਅਭਿਆਸ ਕਰਦੇ ਹਾਂ, ਧਿਆਨ ਵੀ ਨਿਰੰਕਾਰ ਵੱਲ ਹੋਣਾ ਚਾਹੀਦਾ ਹੈ। ਅਸੀਂ ਕਿਸੇ ਬੰਦੇ ਦੀ ਗੱਲ ਕਰ ਰਹੇ ਹਾਂ ਤੇ ਜੇ ਸਾਡਾ ਧਿਆਨ ਵੀ ਉਸ ਬੰਦੇ ਵੱਲ ਹੀ ਹੋਏਗਾ, ਇਹਦੇ ਨੇ ਵੀ ਗੱਲ ਕਿਸੇ ਦੀ ਕਰ ਰਹੇ ਹਾਂ, ਧਿਆਨ ਕਿਸੇ ਪਾਸੇ ਆ। ਪਰ ਜਦੋਂ ਤੁਸੀਂ ਪਰਮੇਸ਼ਵਰ ਦੇ ਨਾਮ ਦੀ ਬੰਦਗੀ ਕਰੋਗੇ ਇਦਾਂ ਹੀ ਹੁੰਦਾ ਹੈ ਕਿ ਬਾਣੀ ਨਿਰੰਕਾਰ ਦੀ ਪੜ੍ਹ ਰਹੇ ਹੋ, ਧਿਆਨ ਸੰਸਾਰ ਵੱਲ ਹੈ, ਕਿਉਂਕਿ ਇਹਦੀ ਪਕੜ ਜ਼ਿਆਦਾ ਹੈ। ਜਦੋਂ ਗੁਰੂ ਸਾਹਿਬ ਨੇ ਕਰੁਣਾ ਦੀ ਨਜ਼ਰ ਨਾਲ ਵੇਖਿਆ, ਉਰ ਹਿਰਦਾ ਗੰਗਾ ਕੋ, ਮਾਤਾ ਗੰਗਾ ਜੀ ਦੇ ਮੋਹ ਨੂੰ ਦੂਰ ਕਰ ਦਿੱਤਾ। ਜਦੋਂ ਹੀ ਮੋਹ ਦੂਰ ਹੋਇਆ, ਪ੍ਰਾਪਤ ਭਇਓ ਗਿਆਨ ਸੁਖਦਾਨੀ, ਉਹ ਸੁਖਦਾਈ ਗਿਆਨ ਅੰਦਰ ਪ੍ਰਾਪਤ ਹੋਇਆ ਹੈ। ਜਿਮ ਪਤ ਕਹਿਤ ਸਾਚ ਤੇ ਮਜਾਨੀ, ਜਿਵੇਂ ਪਤੀ ਭਾਵ ਗੁਰੂ ਅਰਜਨ ਦੇਵ ਜੀ ਨੇ ਕਿਹਾ, ਉਹ ਬਿਲਕੁਲ ਸੱਤ ਕਰਕੇ ਉਹਨੂੰ ਮੰਨ ਲਿਆ ਕਿ ਹੁਣ ਉਸ ਮਾਲਕ ਦੇ ਹੁਕਮ ਵਿੱਚ ਤੁਰਨਾ ਹੈ। ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ, ਜੈ ਜੈ ਰੱਖੇ ਆਪ ਤੈਂ ਜਾਈ ਖੜੋਵਣਾ। ਵੀ ਜਿੱਥੇ ਮੇਰਾ ਮਾਲਕ ਮੈਨੂੰ ਰੱਖੇਗਾ ਮੈਂ ਉਹਦੇ ਹੁਕਮ ਵਿੱਚ ਉੱਥੇ ਖਲੋਣਾ ਹੈ। ਹਰ ਕੋ ਜੋਰਤ ਬਾਗ ਬਖਾਨਾ, ਪਰ ਮੈਨੇ ਹੱਥ ਜੋੜ ਕੇ ਫਿਰ ਆਖਣਾ ਕੀਤਾ,
ਜਥਾ ਜੋਗ ਸੋ ਕਿਤ ਤੁਮ ਠਾਨਾ ਜਿਵੇਂ ਮੇਰੇ ਸਿਰ ਦੇ ਸਾਈਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਗੁਰਦੇਵ ਜੀ ਆਪ ਜੀ ਨੂੰ ਜਿਵੇਂ ਪਾਉਂਦਾ ਹੈ, ਜਿਵੇਂ ਚੰਗਾ ਲੱਗਦਾ ਹੈ। ਤੁਮ ਤੇ ਅਪਰ ਨਾ ਸਿਆਨੋ ਕਿਉਂਕਿ ਕੋਈ ਮੇਰੀ ਨਜ਼ਰ ਵਿੱਚ ਤੁਹਾਡੇ ਤੋਂ ਵੱਡਾ ਕੋਈ ਨਹੀਂ, ਤੁਹਾਡੇ ਤੋਂ ਜ਼ਿਆਦਾ ਸਿਆਣਾ ਸੂਝਵਾਨ ਕੋਈ ਨਹੀਂ। ਮੇਰੇ ਲਈ ਤਾਂ ਗੁਰੂ ਅਰਜਨ ਪ੍ਰਤੱਖ ਹਰ, ਤੁਸੀਂ ਹੀ ਮੇਰੇ ਵਾਸਤੇ ਨਿਰੰਕਾਰ ਦਾ ਰੂਪ ਹੋ। ਜੋ ਅਸੀਂ ਹੋਏ ਪਾਖੋ ਸੋ ਜਿਵੇਂ ਤੁਹਾਡੀ ਮੌਜ ਹੈ, ਜਿਵੇਂ ਤੁਸੀਂ ਮੈਨੂੰ ਆਖਿਆ ਸਮਝਾਇਆ, ਉਵੇਂ ਹੀ ਹੋਵੇਗਾ। ਇਮ ਸੰਭਾਖਨ ਕਰ ਗੁਰ ਸੋਏ ਇਸ ਤਰ੍ਹਾਂ ਰਾਤ ਦਾ ਸਮਾਂ ਸੀ, ਆਪਸ ਵਿੱਚ ਵਿਚਾਰਾਂ ਕਰਕੇ ਮਾਤਾ ਜੀ ਨੂੰ ਸਮਝਾ ਕੇ ਉਹਨਾਂ ਦੇ ਅੰਦਰ ਬ੍ਰਹਮ ਗਿਆਨ ਪ੍ਰਗਟ ਕਰ ਮੋਹ ਦੀਆਂ ਤੰਦਾਂ ਨੂੰ ਤੋੜ ਕੇ ਮਾਲਕ ਦੇ ਹੁਕਮ ਵਿੱਚ ਰਹਿਣ ਦੀ ਜੁਗਤੀ ਮਾਰੀ ਨੇ ਦਿੱਤੀ। ਇਸੇ ਤਰ੍ਹਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਤਾ ਗੁਜਰ ਕੌਰ ਜੀ ਨੂੰ ਹੌਸਲਾ ਦਿੱਤਾ ਸੀ ਕਿ ਤੁਸੀਂ ਹਜੇ ਜਿਹੜਾ ਇਹ ਸੰਸਾਰ ਦੇ ਵਿੱਚ ਰਹਿ ਕੇ ਇਹੀ ਬਚਨ ਜਿਹੜੇ ਗੁਰੂ ਅਰਜਨ ਦੇਵ ਜੀ ਨੇ ਕਹੇ ਨਾ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਕਹੇ ਸੀ ਕਿ ਤੁਸੀਂ ਹਜੇ ਪੁੱਤ ਤੇ ਪੋਤਿਆਂ ਦੇ ਵਿੱਚ ਰਹਿਣਾ ਹੈ, ਉਹਨਾਂ ਨੂੰ ਧੀਰਜ ਦੇਣਾ ਹੈ, ਉਹਨਾਂ ਨੂੰ ਹੌਸਲਾ ਦੇਣਾ, ਉਹਨਾਂ ਨੂੰ ਗੁੜਤੀਆਂ ਦੇਣੀਆਂ ਨੇ, ਹਜੇ ਬਹੁਤ ਕੁਝ ਤੁਸੀਂ ਗੁਜ਼ਾਰਨਾ ਹੈ। ਤੁਹਾਡਾ ਨਾਮ ਗੁਜਰੀ ਹੈ ਨਾ, ਤੁਸੀਂ ਹਜੇ ਬਹੁਤ ਕੁਝ ਸਮੇਂ ਨੂੰ ਗੁਜ਼ਾਰਨਾ ਹੈ, ਬੜੇ ਉਤਰਾਅ ਚੜ੍ਹਾਅ ਤੁਹਾਡੀ ਜ਼ਿੰਦਗੀ ਵਿੱਚ ਆਉਣੇ ਆ, ਹੌਸਲਾ ਰੱਖਣਾ, ਧੀਰਜ ਰੱਖਣਾ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਨੂੰ ਕਿਹਾ। ਫਿਰ ਇਸ ਤਰ੍ਹਾਂ ਵਾਰਤਾਲਾਪ ਹੋਈ, ਮਾਤਾ ਜੀ ਨੇ ਕਿਹਾ 7 ਬਚਨ। ਰਾਤ ਦਾ ਸਮਾਂ ਆ, ਗੁਰੂ ਅਰਜਨ ਦੇਵ ਜੀ ਆਰਾਮ ਕਰਦੇ ਹਨ। ਜਾਮ ਜਾਮਨੀ ਜਾਗਰਨ ਹੋਏ ਜਦੋਂ ਰਾਤ ਪਹਿਰ ਰਹਿੰਦੀਆਂ, ਅੰਮ੍ਰਿਤ ਵੇਲੇ ਦਾ ਸਮਾਂ, ਸਤਿਗੁਰੂ ਜੀ ਜਾਗੇ ਹਨ। ਕਿਰਿਆ ਸਨਾਨ ਆਦ ਸਭ ਕਰੀ ਔਰ ਕਿਰਿਆ ਔਰ ਇਸ਼ਨਾਨ ਸਤਿਗੁਰੂ ਜੀ ਕਰਦੇ ਹਨ। ਬਹੁਰ ਸਮਾਦ ਰੂਪ ਨਿਜ ਤਰੀ ਇਸ਼ਨਾਨ ਕਰਨ ਤੋਂ ਬਾਅਦ ਸਮਾਧ ਦਾ ਇੱਥੇ ਅਰਥ ਹੈ ਸਮਾਧੀ ਤੱਦੇ ਨੂੰ ਸਿਆਰੀ। ਸਤਿਗੁਰੂ ਜੀ ਬੈਠੇ ਨੇ, ਅੰਤਰ ਧਿਆਨ ਹੋ ਨਿਜ ਸਰੂਪ ਵਿੱਚ ਸੁਰਤ ਨੂੰ ਟਿਕਾਇਆ ਹੈ। ਜਬ ਪ੍ਰਕਾਸ਼ ਰਬ ਕੋ ਹੋਏ ਆਇਓ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਰੰਗੇ ਨੇ। ਥੋੜਾ ਥੋੜਾ ਪੋਹ ਫੁੱਟਣ ਦਾ ਸਮਾਂ ਜਿਹੜਾ ਉਹ ਬਣਿਆ ਹੈ। ਚੜਨ ਹੇਤ ਖਾਸਾ ਮੰਗਵਾਇਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਸਿਫਤੀ ਦੇ ਘਰ ਆਉਂਦੇ ਆ। ਆਸਾ ਕੀ ਵਾਰ ਦੀ ਬਾਣੀ ਦਾ ਪ੍ਰਵਾਹ ਚੱਲਦਾ ਹੈ, ਰੱਬੀ ਬਾਣੀ ਦੇ ਪ੍ਰਵਾਹ ਚੱਲਦੇ ਆ। ਫਿਰ ਸਤਿਗੁਰੂ ਮਹਾਰਾਜ ਜੀ ਜਿਹੜਾ ਚੱਲਣ ਦੀ ਤਿਆਰੀ ਕਰਵਾਉਂਦੇ ਆ ਵੀ ਹੁਣ ਲਾਹੌਰ ਨੂੰ ਚੱਲੇ ਪਾਉਣੇ ਆ। ਖਾਸਾ ਮੰਗਵਾਇਓ, ਖਾਸਾ ਪਲਕੀ ਸਤਿਗੁਰੂ ਨੇ ਮੰਗਵਾਈ ਹੈ। ਪੰਜ ਸਿੱਖਿਆ ਲੈ ਆਪਣੇ ਸਾਥ ਔਰ 5 ਸਿੱਖ ਨਾਲ ਲਿਜਾਣ ਲਈ ਸਤਿਗੁਰੂ ਜੀ ਨੇ ਆਖਿਆ ਵੀ ਕੇਵਲ ਮੇਰੇ ਨਾਲ 5 ਸਿੱਖ ਜਿਹੜੇ ਨੇ ਉਹੀ ਜਾਣਗੇ। ਤੋਂ 5 ਨੂੰ ਤਿਆਰ ਕੀਤਾ ਹੈ। ਤੀਨ ਰੂਟਨ ਅਰਜਨ ਨਾਥ ਉਹਨਾਂ ਨੂੰ ਵੀ ਕਹਿ ਦਿੱਤਾ ਵੀ ਤੁਸੀਂ 5 ਨੇ ਸਾਡੇ ਨਾਲ ਲਾਹੌਰ ਤੱਕ ਚੱਲਣਾ ਹੈ। ਵਿਦਿਆ ਜੇਠਾ ਲੰਗ ਪਿਰਾਨਾ ਉਹ 5 ਸਿੱਖ ਕਿਹੜੇ ਨੇ? ਉਹ 5 ਸਿੱਖ ਨੇ ਭਾਈ ਬਿਧੀ ਚੰਦ, ਭਾਈ ਜੇਠਾ, ਭਾਈ ਲੰਗਾ ਤੇ ਭਾਈ ਪਿਰਾਣਾ। ਇਹ 4 ਜਿਹੜੇ ਨੇ ਗੁਰੂ ਕੇ ਸਿੱਖ ਹਨ। ਪੰਚਮ ਪੈੜਾ ਸੰਗ ਪਿਆਨਾ ਔਰ 5ਵੇਂ ਨੇ ਭਾਈ ਪੈੜਾ ਜੀ। ਇਹ 5 ਗੁਰੂ ਕੇ ਸਿੱਖ ਜਿਨ੍ਹਾਂ ਨੇ ਲਾਹੌਰ ਜਾਣਾ ਗੁਰੂ ਸਾਹਿਬ ਜੀ ਦੇ ਨਾਲ। ਔਰ ਜਦੋਂ ਤੱਕ ਗੁਰੂ ਸਾਹਿਬ ਨੇ ਸਰੀਰਕ ਚੋਲਾ ਨਹੀਂ ਤਿਆਗਣਾ ਉਦੋਂ ਤੱਕ ਇਹਨਾਂ 5 ਨੇ ਨਾਲ ਰਹਿਣਾ। ਇਹਨਾਂ 5 ਨੂੰ ਸਾਹਿਬ ਜੀ ਨੇ ਨਾਲ ਤਿਆਰ ਕੀਤਾ। ਭਾਈ ਬਿਧੀ ਚੰਦ, ਭਾਈ ਜੇਠਾ, ਭਾਈ ਲੰਗਾਹ ਜੀ, ਭਾਈ ਪਿਰਾਣਾ ਜੀ ਤੇ ਭਾਈ ਪੈੜਾ ਜੀ। ਇਹ 5 ਤਿਆਰ ਹੋਏ ਹਨ। ਅਪਰ ਸਰਬਦ ਧੀਰਜ ਤਿਆਗੈ ਅਪਰ ਦਾ ਮੈਨੇ ਹੋਰ ਵੀ ਸਿੱਖਾਂ ਨੇ ਕਿਹਾ ਮਹਾਰਾਜ ਸਾਨੂੰ ਵੀ ਆਪਣੇ ਨਾਲ ਲੈ ਕੇ ਚੱਲੋ, ਅਸੀਂ ਵੀ ਤੁਹਾਡੇ ਨਾਲ ਰਹਿਣਾ, ਤੁਹਾਡੇ ਨਾਲ ਚੱਲਣਾ। ਹੋਰਾਂ ਨੂੰ ਗੁਰੂ ਸਾਹਿਬ ਨੇ ਧੀਰਜ ਦਿੱਤਾ ਇਹ ਹੌਸਲਾ ਰੱਖੋ, ਇੱਥੇ ਰਹਿ ਕੇ ਸੇਵਾ ਨੂੰ ਕਮਾਓ, ਤੁਸੀਂ ਨਾਮ ਜਪੋ, ਵੰਡ ਛਕੋ ਤੇ ਆਪਣੀ ਕਿਰਤ ਕਰੋ। ਸਤਿਗੁਰੂ ਜੀ ਨੇ ਇਹ ਉਪਦੇਸ਼ ਦਿੰਦਿਆਂ ਧੀਰਜ ਦਿੱਤਾ। ਰਹੋ ਸੁਧਾਸਰ ਸੇਵਾ ਲਾਗੇ ਤੁਸੀਂ ਅੰਮ੍ਰਿਤਸਰ ਵਿੱਚ ਰਹਿ ਕੇ ਸੇਵਾ ਕਰਕੇ ਜਨਮ ਜੀਵਨ ਸਫਲ ਕਰਨਾ ਹੈ। ਸ੍ਰੀ ਹਰਗੋਬਿੰਦ ਸੰਗ ਸਦੀਵਾ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ, ਹਰਗੋਬਿੰਦ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਲ ਹਨ। ਦਰਸ਼ਨ ਪਰਸੋ ਹਰਖ ਤਰੀਵਾ ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹਨੇ ਆਖਿਆ ਵੀ ਤੁਸੀਂ ਸਦਾ ਸਿੱਖ ਸੰਗਤਾਂ ਨੂੰ ਦੀਦਾਰ ਦੇਣੇ ਆ ਔਰ ਤੁਸੀਂ ਜਿਹੜਾ ਉਹ ਸਦਾ ਪ੍ਰਸੰਨ ਚਿੱਤ ਰਹਿਣਾ ਹੈ। ਤੇ ਸਿੱਖਾਂ ਨੂੰ ਕਿਹਾ ਵੀ ਤੁਸੀਂ ਸਦਾ ਹਰਗੋਬਿੰਦ ਜੀ ਦੇ ਹੀ ਦੀਦਾਰ ਕਰਕੇ ਇਹਨਾਂ ਦੇ ਹੀ ਚਰਨ ਪਰਸਨੇ ਹਨ। ਨਿਕਸ ਗ੍ਰਹਿ ਤੇ ਸਤਿਗੁਰੂ ਆਏ ਇਸ ਤਰ੍ਹਾਂ ਫਿਰ ਸਤਿਗੁਰੂ ਜੀ ਆਪਣੇ ਗ੍ਰਹਿ ਤੋਂ ਨਿਕਲਦੇ ਹਨ। ਗਏ ਸੁਧਾਸਰ ਕੋ ਦਰਸਾਏ ਇੱਕ ਵਾਰ ਫਿਰ ਸਤਿਗੁਰੂ ਜੀ ਅੰਮ੍ਰਿਤਸਰ ਦਰਬਾਰ ਸਾਹਿਬ ਵੱਲ ਨੂੰ ਆਉਂਦੇ ਹਨ। ਪਿਤ ਥਲ ਜਾਨ ਭਾਉ ਬਟ ਤਾਰਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਤੇ ਇੱਕ ਵਾਰ ਫਿਰ ਆ ਕੇ ਸਜਦਾ ਕਰਦੇ ਹਨ। ਨਮਸਕਾਰ ਕੀ ਨਸ ਦਰਬਾਰਾ ਦਰਬਾਰ ਸਾਹਿਬ ਆ ਕੇ ਹਰਮੰਦਰ ਸਾਹਿਬ ਨਮਸਕਾਰ। ਹੁਣ ਸਤਿਗੁਰੂ ਜੀ ਨੇ ਚੱਲਣਾ ਹੈ, ਇਸ ਲਈ ਆ ਕੇ ਇੱਥੇ ਨਮਸਕਾਰ ਕਰਦੇ ਹਨ। ਸਦਾ ਕੀਰਤਨ ਕੀ ਧੁਨ ਜਹਾਂ ਜਿੱਥੇ ਸਦਾ ਕੀਰਤਨ ਦੀ ਧੁਨ ਚੱਲਦੀ ਰਹੇਗੀ। ਗੁਰੂ ਸਾਹਿਬ ਨੇ ਇਹ ਵੀ ਕਿਹਾ ਇਹ ਕੀਰਤਨ ਦੇ ਪ੍ਰਵਾਹ ਇਸੇ ਤਰ੍ਹਾਂ ਚੱਲਦੇ ਰਹਿਣੇ ਆ, ਇਹ ਨਹੀਂ ਰੁਕਣੇ। ਜੋ ਨਿਯਮ ਬਣ ਗਿਆ, ਨੇਮ ਬਣ ਗਿਆ, ਇਹ ਇਸੇ ਤਰ੍ਹਾਂ ਹੀ ਬਣਿਆ ਰਹਿਣਾ ਕਿ ਕੋਠਾ ਸਾਹਿਬ ਤੋਂ ਗ੍ਰੰਥ ਸਾਹਿਬ ਜੀ ਆਉਣਗੇ ਪਾਲਕੀ ਦੇ ਵਿੱਚ ਔਰ ਕੀਰਤਨ ਦੇ ਪ੍ਰਵਾਹ ਇਸੇ ਤਰ੍ਹਾਂ ਚੱਲਦੇ ਰਹਿਣਗੇ। ਫਿਰ ਸ਼ਾਮਾਂ ਨੂੰ ਕੋਠਾ ਸਾਹਿਬ ਗ੍ਰੰਥ ਸਾਹਿਬ ਜੀ ਜਾਣਗੇ ਔਰ ਸਿੱਖ ਸੰਗਤਾਂ ਇਸੇ ਤਰ੍ਹਾਂ ਜੁੜਦੀਆਂ ਰਹਿਣਗੀਆਂ। ਇਹ ਮਹਾਰਾਜ ਜੀ ਨੇ ਆਖਿਆ ਹੈ। ਸ੍ਰੀ ਹਰਮੰਦਰ ਸੁੰਦਰ ਮਹਾ ਜੋ ਹਰੀ ਮੰਦਰ ਅਤੀ ਸੁੰਦਰ, ਜਿਹਦੀ ਤੁਲਨਾ ਕਿਸੇ ਦੇ ਨਾਲ ਵੀ ਨਹੀਂ ਕੀਤੀ ਜਾ ਸਕਦੀ। ਪੂਰੀ ਦੁਨੀਆ ਦੇ ਵਿੱਚ, ਆਲ ਵਰਲਡ ਦੇ ਵਿੱਚ ਡਿੱਠੇ ਸਭੇ ਥਾਵ ਨਹੀਂ ਤੁਧ ਜਹਿਆ, ਉਹ ਜੋ ਹਰੀ ਮੰਦਰ ਸਾਹਿਬ ਦਰਬਾਰ ਸਾਹਿਬ ਹੈ। ਹਰੀ ਪਰਿਕਰਮਾ ਪਿਤਾ ਨੇ ਹੋਰੇ ਕਹਿੰਦੇ ਪਰਿਕਰਮਾ ਕੀਤੀ ਹੈ, ਧਿਆਨ ਪਿਤਾ ਜੀ ਵੱਲ ਭਾਵ ਗੁਰੂ ਰਾਮਦਾਸ ਜੀ ਵੱਲ ਹੈ। ਧਰਿਓ ਧਿਆਨ ਬੰਧਤ ਕਰ ਜੋਰੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਧਿਆਨ ਧਰ ਕੇ ਨਮਸਕਾਰ ਕੀਤੀ, ਹੱਥ ਜੋੜੇ ਹਨ। ਨਿਕਸੇ ਵਹਿਰ ਪੰਥ ਤਿਸ ਪਰੇ ਫਿਰ ਸਤਿਗੁਰੂ ਜੀ ਇੱਥੋਂ ਜਿਹੜਾ ਉਹ ਬਾਹਰ ਰਸਤੇ ਤੇ ਆਏ ਨੇ ਜਿੱਥੋਂ ਲਾਹੌਰ ਵੱਲ ਨੂੰ ਚੱਲਣਾ ਹੈ। ਲਵਪੁਰ ਦਿਸ ਸਨ ਮੁਖ ਮੁਖ ਕਰੇ ਲਾਹੌਰ ਵੱਲ ਨੂੰ ਮੁੱਖ ਕਰਕੇ ਸਤਿਗੁਰੂ ਜੀ ਜਿਹੜੇ ਉਹ ਚੱਲਣ ਦੀ ਤਿਆਰੀ ਕੀਤੀ ਹੈ। ਸਿੱਖਿਆ ਸਕਲ ਜਤ ਹਰਗੋਬਿੰਦ ਸਿੱਖ ਸੰਗਤਾਂ ਔਰ ਹਰਗੋਬਿੰਦ ਸਾਹਿਬ ਜੀ ਜਿਹੜੇ ਨਾਲ ਹਨ। ਵਿਦਾ ਹੇਤ ਗਮਨੇ ਨਦ ਬਿੰਦ ਗੁਰੂ ਸਾਹਿਬ ਜੀ ਜਦੋਂ ਚੱਲੇ ਆ ਤੇ ਨਾਲ ਨਾਲ ਕਈ ਜਿਹੜਾ ਕਹਿ ਲੋ ਕਾਫੀ ਦੂਰ ਤੱਕ ਨਾਲ ਨਾਲ ਹਰਗੋਬਿੰਦ ਜੀ ਔਰ ਸਿੱਖ ਸੇਵਕ ਨਾਲ ਨਾਲ ਚੱਲਦੇ ਹਨ। ਕਿਤਕ ਦੂਰ ਜਬ ਪਹੁੰਚੇ ਜਾਈ ਜਦੋਂ ਕਾਫੀ ਦੂਰ ਤੱਕ ਚਲੇ ਗਏ ਗੁਰੂ ਅਰਜਨ ਦੇਵ ਪਾਤਸ਼ਾਹ ਅੰਮ੍ਰਿਤਸਰ ਤੋਂ ਲਾਹੌਰ ਵਾਲੇ ਰਸਤੇ ਤੇ ਜਦੋਂ ਕਾਫੀ ਦੂਰ ਤੱਕ ਸਤਿਗੁਰੂ ਜੀ ਗਏ, ਦੇਖਿਆ ਵੀ ਹਰਗੋਬਿੰਦ ਜੀ ਵੀ ਨਾਲ ਨੇ ਔਰ ਸਿੱਖ ਸੇਵਕ ਵੀ ਨਾਲ ਨਾਲ ਆ ਰਹੇ ਹਨ। ਖਰੇ ਪਏ ਸਤਿਗੁਰ ਸੁਖਦਾਈ ਉਸੇ ਵੇਲੇ ਫਿਰ ਸਤਿਗੁਰੂ ਜੀ ਕਹਿੰਦੇ ਉੱਥੇ ਖਲੋ ਗਏ। ਸੁੱਖਾਂ ਦੇ ਦਾਤੇ ਸਤਿਗੁਰੂ ਜੀ ਖਲੋਤੇ ਹਨ। ਸਭ ਸੋ ਕਹਿਨੀ ਕੇ ਉਪਦੇਸ਼ ਜਾਂ ਕਹਿ ਲੋ ਰੁਕ ਗਏ। ਉੱਥੇ ਰੁਕ ਕੇ ਫਿਰ ਜਿਹੜੇ ਨਾਲ ਨਾਲ ਆ ਰਹੇ ਸੀ ਸਤਿਗੁਰੂ ਜੀ ਦੇ ਉਹਨਾਂ ਨੂੰ ਮਹਾਰਾਜ ਨੇ ਫਿਰ ਉਪਦੇਸ਼ ਦਿੱਤਾ। ਸਿਮਰ ਹੋ ਸਤਿਗੁਰ ਹਰ ਹੋ ਕਲੇਸ਼ ਸਾਹਿਬ ਜੀ ਕਹਿੰਦੇ ਤੁਸੀਂ ਸਦਾ ਪਰਮੇਸ਼ਰ
ਪਰਮੇਸ਼ਵਰ ਦਾ ਨਾਮ ਹੀ ਸਿਮਰਨਾ ਹੈ। ਜਪ ਮਨ ਸਤਨਾਮ ਸਦਾ ਸਤਨਾਮ। ਤੁਸੀਂ ਸਦਾ ਸੱਚੇ ਨਾਮ ਦਾ ਸਿਮਰਨ ਕਰਿਓ, ਤੁਹਾਡੇ ਜੀਵਨ ਦੇ ਕਲਾ ਕਲੇਸ਼ ਨਾਮ ਸਿਮਰਨ ਦੇ ਨਾਲ ਹੀ ਮੁੱਕਣੇ ਨੇ। ਤੇ ਜੋ ਕਲਾ ਕਲੇਸ਼ ਹੈ ਇਹ ਨਾਮ ਸਿਮਰਨ ਨਾਲ ਹੀ ਦੂਰ ਹੋਵੇਗਾ। ਸਾਹਿਬ ਬੁੱਢਾ ਹਰ ਗੁਰਦਾਸ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਇਨ ਜੁਤ ਸ੍ਰੀ ਹਰਗੋਬਿੰਦ ਪਾਸ। ਔਰ ਇਹਨਾਂ ਦੇ ਕੋਲ ਹਰਗੋਬਿੰਦ ਸਾਹਿਬ ਜੀ ਜੋ ਖਲੋਤੇ ਨੇ, ਸਿੱਖ ਸੇਵਕ ਬਹੁਤ ਨੇ ਨਾਲ, ਪਰ ਇੱਕ ਪਾਸੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਔਰ ਹਰਗੋਬਿੰਦ ਜੀ ਇਹ ਇਕੱਠੇ ਖਲੋਤੇ ਹਨ। ਰਹੋ ਸਦਾ ਤਰ ਗੁਰਮਤਿ ਵਾਸੇ। ਔਰ ਸਾਹਿਬ ਜੀ ਕਹਿ ਰਹੇ ਨੇ ਕਿ ਤੁਸੀਂ ਸਦਾ ਗੁਰਮਤਿ ਅਨੁਸਾਰ ਹੀ ਰਹਿਣਾ ਹੈ। ਔਰ ਸਿੱਖ ਸੰਗਤਾਂ ਨੂੰ ਕਹਿ ਰਿਹਾ ਕਿ ਤੁਸੀਂ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਔਰ ਹਰਗੋਬਿੰਦ ਸਾਹਿਬ ਦੀ ਅਗਵਾਈ ਵਿੱਚ ਚੱਲਣਾ ਹੈ। ਨਿਤ ਪਰੇਸ਼ਾਨ ਰੱਖੋ ਹਮ ਪਾਸੇ। ਹਰਗੋਬਿੰਦ ਜੀ ਨੇ ਹੀ ਹੁਣ ਸਾਡੇ ਤੋਂ ਪਾਛੇ ਭਾਵ ਮਗਰੋਂ ਸਿੱਖ ਸੰਗਤਾਂ ਨੂੰ ਖੁਸ਼ੀਆਂ ਵੰਡਣੀਆਂ ਹਨ। ਕਿਨਹੂ ਆਗਿਆ ਭੰਗ ਨ ਕਰਨੀ। ਸਿੱਖ ਸੰਗਤ ਜੀ ਤੁਸੀਂ ਅੱਜ ਤੋਂ ਬਾਅਦ, ਸਾਡੇ ਜਾਣ ਤੋਂ ਬਾਅਦ ਹਰਗੋਬਿੰਦ ਜੀ ਦੇ ਬਚਨਾਂ ਨੂੰ ਮੰਨਣਾ ਹੈ, ਉਹਨਾਂ ਦੇ ਬਚਨਾਂ ਦੀ ਉਲੰਘਣਾ ਨਹੀਂ ਕਰਨੀ। ਨਿਜਮਤ ਕੀ ਜਹ ਇਨ ਅਨੁਸਰਨੀ। ਔਰ ਇਹਨਾਂ ਦੇ ਅਨੁਸਾਰ ਹੀ ਤੁਸੀਂ ਜਿਹੜਾ ਉਹ ਚੱਲਣਾ ਹੈ। ਹਰਗੋਬਿੰਦ ਕੋ ਪੁਨਹ ਸੁਨਾਈ। ਫਿਰ ਹਰਗੋਬਿੰਦ ਜੀ ਵੱਲ ਸਤਿਗੁਰੂ ਜੀ ਨੇ ਵੇਖਦਿਆਂ ਹੋਇਆਂ ਆਖਣਾ ਕੀਤਾ। ਪਹਿਲਾਂ ਜਿੰਨੇ ਸਿੱਖ ਸੇਵਕ ਆਏ ਉਹਨਾਂ ਨੂੰ ਆਖਿਆ ਹਰਗੋਬਿੰਦ ਜੀ ਦੇ ਅਨੁਸਾਰ ਚੱਲਣਾ, ਇਹਨਾਂ ਦੇ ਬਚਨ ਮੰਨਣਾ। ਫਿਰ ਹਰਗੋਬਿੰਦ ਜੀ ਵੱਲ ਵੇਖ ਕੇ ਸੁਣਾਉਣਾ ਕੀਤਾ। ਅਦਬ ਰੱਖੋ ਨਿਤ ਬੁੱਢਾ ਪਾਈ। ਕਹਿੰਦੇ ਹਰਗੋਬਿੰਦ ਜੀ ਨੂੰ ਆਖਿਆ ਵੀ ਤੁਸੀਂ ਬਾਬਾ ਬੁੱਢਾ ਜੀ ਦਾ ਅਦਬ ਰੱਖਣਾ, ਤੁਸੀਂ ਬਾਬਾ ਬੁੱਢਾ ਜੀ ਦਾ ਸਤਿਕਾਰ ਕਰਨਾ, ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੁਣ ਤੱਕ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਬਾਬਾ ਬੁੱਢਾ ਜੀ ਦਾ ਬਹੁਤ ਵੱਡਾ ਅਦਬ ਹੈ, ਸਤਿਕਾਰ ਹੈ, ਉਹ ਤੁਸੀਂ ਵੀ ਬਣਾ ਕੇ ਰੱਖਣਾ ਹੈ। ਜਿਮ ਆਗਿਆ ਦੇ ਤੈਸੇ ਰਹਿਣਾ। ਔਰ ਇੱਥੋਂ ਤੱਕ ਕਹਿ ਦਿੱਤਾ ਕਿ ਬਾਬਾ ਬੁੱਢਾ ਜੀ ਦੀ ਗੱਲ ਤੁਸੀਂ ਵੀ ਕਦੇ ਨਾ ਮੋੜਨਾ, ਜੋ ਬਾਬਾ ਬੁੱਢਾ ਜੀ ਕਹਿ ਦੇਣ। ਹੁਣ ਇਹਦਾ ਮਤਲਬ ਇੱਕ ਪਾਸੇ ਤਾਂ ਗੁਰੂ ਹੈ ਤੇ ਇੱਕ ਪਾਸੇ ਗੁਰੂ ਦਾ ਸਿੱਖ ਹੈ, ਪਰ ਸਿੱਖ ਦੀ ਕਮਾਈ ਇੰਨੀ ਵੱਡੀ ਹੈ। ਸਤਿਗੁਰੂ ਜੀ ਬਾਬਾ ਬੁੱਢਾ ਜੀ ਨੂੰ ਮਾਣ ਪਹਿਲਾਂ ਵੀ ਬੜਾ ਦਿੱਤਾ ਹੈ। ਜਦੋਂ ਰਾਮਸਰ ਅਸਥਾਨ ਤੋਂ ਦਰਬਾਰ ਸਾਹਿਬ ਹਰਮੰਦਰ ਸਾਹਿਬ ਜਿਹੜਾ ਉਹ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਆਉਣਾ, ਤੇ ਸਾਹਿਬ ਕਹਿੰਦੇ ਬਾਬਾ ਬੁੱਢਾ ਜੀ ਤੁਸੀਂ ਆਪਣੇ ਸੀਸ ਤੇ ਸਜਾਓ, ਅਸੀਂ ਚਵਰ ਸਾਹਿਬ ਕਰਾਂਗੇ, ਤੁਸੀਂ ਅੱਗੇ ਅੱਗੇ ਚੱਲਣਾ। ਤੇ ਜੇ ਪ੍ਰਕਾਸ਼ ਕਰਾਇਆ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਹੱਥਾਂ ਤੋਂ ਕਰਾਇਆ। ਜੇ ਪਹਿਲਾਂ ਮੁੱਖ ਵਾਕ ਕਿਸੇ ਨੇ ਲਿਆ ਤੇ ਉਹ ਵੀ ਬਾਬਾ ਬੁੱਢਾ ਜੀ ਦੇ ਮੁਖਾਰਬਿੰਦ ਤੋਂ। ਇਸ ਲਈ ਇਹਨਾਂ ਦਾ ਅਦਬ ਰੱਖਣਾ, ਇਹਨਾਂ ਦੇ ਬਚਨ ਤੁਸੀਂ ਮੰਨਣਾ ਹੈ। ਨਹੀਂ ਇਨਕੇ ਸਨਮੁਖ ਕਬ ਕਹਿਣਾ। ਇਹਨਾਂ ਦੇ ਸਨਮੁਖ ਕਦੇ ਭਾਵ ਇਹਨਾਂ ਦੇ ਉਲਟ ਕੋਈ ਗੱਲ ਨਾ ਕਰਨਾ। ਸੁਨ ਸ੍ਰੀ ਅਰਜਨ ਕੇ ਬਚ ਬੁੱਢਾ। ਜਦੋਂ ਇਹ ਬਚਨ ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਨਿਕਲੇ ਬੋਲ ਸੁਣੇ ਹਨ। ਆਦ ਜੇ ਦਾਸ। ਸਤਿਗੁਰੂ ਮਹਾਰਾਜ ਮੈਂ ਤੇ ਸ਼ੁਰੂ ਤੋਂ ਹੀ ਆਪ ਜੀ ਦੇ ਘਰ ਦਾ ਦਾਸ ਹਾਂ, ਆਪ ਜੀ ਦੇ ਘਰ ਚਰਨਾਂ ਦਾ ਸੇਵਕ ਹਾਂ। ਜੁਤ ਸ੍ਰੀ ਹਰਗੋਬਿੰਦ ਕੇ ਬੰਦ ਚਰਨ ਸੁਖ ਰਾਸ। ਮੈਂ ਤਾਂ ਆਪ ਜੀ ਦੇ ਚਰਨਾਂ ਵਿੱਚ ਜੁੜਨ ਵਾਲਾ ਆਪ ਜੀ ਦਾ ਸੇਵਕ ਹਾਂ। ਹਰਗੋਬਿੰਦ ਜੀ ਦੇ ਚਰਨਾਂ ਦੇ ਵਿੱਚ ਰਵਾਂਗਾ ਤੇ ਹਰਗੋਬਿੰਦ ਜੀ ਦੇ ਬਚਨਾਂ ਨੂੰ ਹੀ ਸਦਾ ਮੰਨਾਂਗਾ। ਬਾਰ ਬਾਰ ਕਰ ਬਿਨੈ ਕਨੇਰੀ। ਇਸ ਤਰ੍ਹਾਂ ਬਾਰ-ਬਾਰ ਬਾਬਾ ਬੁੱਢਾ ਜੀ ਹੱਥ ਜੋੜ ਬੇਨਤੀ ਕਰਦੇ ਹਨ। ਹਟਵੇ ਚਾਹਤ ਨਹੀਂ ਤਿਸ ਵੇਰੀ। ਔਰ ਗੁਰੂ ਸਾਹਿਬ ਕਹਿੰਦੇ ਹੁਣ ਠੀਕ ਹੈ, ਸਾਨੂੰ ਅੱਗੇ ਜਾਣ ਦਿਓ ਤੇ ਤੁਸੀਂ ਪਿੱਛੇ ਨੂੰ ਮੁੜ ਜਾਓ। ਪਰ ਉਹ ਕਹਿੰਦੇ ਮਹਾਰਾਜ ਜੀ ਹਟਦੇ ਚਾਹਤ ਨਹੀਂ ਤੇ ਸਵੇਰੇ, ਸਾਡਾ ਚੇਤ ਹੀ ਨਹੀਂ ਕਰਦਾ ਪਿਆ ਵੀ ਅਸੀਂ ਪਿੱਛੇ ਹਟ ਕੇ ਜਾਈਏ। ਅਸੀਂ ਤਾਂ ਤੁਹਾਡੇ ਨਾਲ ਨਾਲ ਹੀ ਤੁਰਨਾ, ਨਾਲ ਨਾਲ ਹੀ ਚੱਲਣਾ। ਸਾਡਾ ਤੇ ਦਿਲ ਨਹੀਂ ਮੰਨਦਾ ਕਿ ਅਸੀਂ ਪਿੱਛੇ ਵਾਪਸ ਮੁੜ ਜਾਈਏ। ਸਤਿਗੁਰੂ ਜੀ ਬਾਰ-ਬਾਰ ਕਹਿੰਦੇ ਨਹੀਂ, ਤੁਹਾਨੂੰ ਹੁਣ ਜਾਣਾ ਹੀ ਪਵੇਗਾ। ਸ੍ਰੀ ਅਰਜਨ ਕਹਿ ਕਰ ਬਹੁ ਵਾਰੀ। ਗੁਰੂ ਅਰਜਨ ਦੇਵ ਮਹਾਰਾਜ ਜੀ ਬਾਰ-ਬਾਰ ਕਹਿ ਰਹੇ ਹਨ। ਬਰਬਸ ਸਭਨ ਹਟਾਏ ਪਿਸਾਰੀ। ਇਸ ਤਰ੍ਹਾਂ ਵਰਜਦੇ ਆ। ਇਹ ਵੀ ਇੱਕ ਸਿੱਖ ਦਾ ਤੇ ਗੁਰੂ ਦਾ ਪ੍ਰੇਮ ਹੈ ਕਿ ਮਨ ਨਹੀਂ ਕਰਦਾ, ਚਿੱਤ ਨਹੀਂ ਕਰਦਾ, ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਤੁਹਾਨੂੰ ਹੁਣ ਪਿਛਾਂ ਵਾਪਸ ਮੁੜਨਾ ਪਏਗਾ। ਜਾਓ ਸਿੱਖ ਸੰਗਤ ਦੀ ਸੇਵਾ ਕਰੋ, ਹਰਗੋਬਿੰਦ ਜੀ ਦੇ ਹੁਕਮ ਦੇ ਵਿੱਚ ਰਹਿਣਾ। ਤੇ ਸਤਿਗੁਰੂ ਜੀ ਇਸ ਤਰ੍ਹਾਂ ਫਿਰ ਕਹਿ ਕੇ ਅੱਗੇ ਨੂੰ ਜਦੋਂ ਚੱਲੇ ਪਾਉਂਦੇ ਆ, ਹੋਰ ਕੀ ਬਚਨ ਸਾਂਝੇ ਕਰਦੇ ਨੇ, ਉਹ ਆਪਾਂ ਅਗਲੇ ਪ੍ਰਸੰਗ ਵਿੱਚ ਅਗਲੇ ਦੀਵਾਨਾਂ ਦੇ ਅੰਦਰ ਇਤਿਹਾਸ ਨੂੰ ਸਮਝਣ ਤੇ ਜਾਣਨ ਦਾ ਯਤਨ ਕਰਾਂਗੇ। ਇਹਦੇ ਨਾਲ ਨਾਲ ਅੱਜ ਉਹਨਾਂ ਗੁਰੂ ਕੇ ਪਿਆਰਿਆਂ ਨੂੰ, ਸ਼ਹੀਦਾਂ ਨੂੰ ਸਾਡਾ ਪ੍ਰਣਾਮ ਹੈ। ਅਸੀਂ ਆਪਣੇ ਇਤਿਹਾਸ ਨੂੰ ਚੇਤੇ ਰੱਖਣਾ ਹੈ। ਮੋਰਚਾ ਗੁਰੂ ਕਾ ਬਾਗ। ਗੁਰੂ ਕਾ ਬਾਗ ਕੀ ਹੈ? ਸਵੇਰ ਦੇ ਦੀਵਾਨਾਂ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਇੱਥੇ ਤੁਹਾਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਆਏ ਨੇ। ਇਹ ਅਸਥਾਨ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨ ਪਏ ਆ। ਔਰ ਮੰਡੀ ਦਾ ਰਾਜਾ ਜਦੋਂ ਗੁਰੂ ਸਾਹਿਬ ਜੀ ਨੂੰ ਮਿਲਣ ਲਈ ਆਉਂਦਾ ਨਾ, ਭਾਈ ਕਲਿਆਣਾ ਜੀ ਤੋਂ ਪ੍ਰਭਾਵਿਤ ਹੋ ਕੇ, ਤੇ ਉਦੋਂ ਜਦੋਂ ਸਾਹਿਬ ਨੇ ਕਿਹਾ ਸੀ ਲੇਖ ਨਾ ਮਿਟਾਈ ਹੈ ਸਕੀ ਜੋ ਲਿਖਿਆ ਕਰਤਾਰ, ਇਹ ਇਸੇ ਅਸਥਾਨ ਤੇ ਸੀ। ਸਮਾਂ ਪਾ ਕੇ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਨੇ। ਜਦੋਂ ਬਾਬਾ ਬਕਾਲਾ ਸਾਹਿਬ ਤੋਂ ਚੱਲੇ ਹਰਮੰਦਰ ਸਾਹਿਬ, ਉਦੋਂ ਦੇ ਜਿਹੜੇ ਮਹੰਤ ਨੇ ਉਹਨਾਂ ਨੇ ਦਰਵਾਜ਼ੇ ਬੰਦ ਕੀਤੇ। ਸਤਿਗੁਰੂ ਕੁਝ ਸਮਾਂ ਉੱਥੇ ਰੁਕ ਕੇ ਫਿਰ ਵੱਖ-ਵੱਖ ਥਾਵਾਂ ਤੋਂ ਹੁੰਦੇ ਇੱਥੇ ਪਹੁੰਚੇ। ਇੱਥੇ ਫਿਰ ਗੁਰੂ ਸਾਹਿਬ ਨੇ ਬਾਗ ਲਵਾਇਆ, ਜਿਹੜਾ ਨਾਮ ਪੈ ਗਿਆ ਗੁਰੂ ਕਾ ਬਾਗ। ਕਾਫੀ ਜ਼ਮੀਨ ਸੀ ਇੱਥੇ ਆਸ-ਪਾਸ। ਅਕਸਰ ਸੰਗਤਾਂ ਇੱਥੇ ਲੰਗਰ ਤਿਆਰ ਕਰਨ ਵਾਸਤੇ, ਬਾਲਣ ਦੇ ਰੂਪ ਵਿੱਚ ਲੱਕੜਾਂ ਲੈਣ ਵਾਸਤੇ ਆਉਂਦੀਆਂ ਸੀ। ਸਮਾਂ ਪਾ ਕੇ ਇਹ ਜਿਹੜੇ ਅਸਥਾਨ ਸੀ ਮਹੰਤਾਂ ਦੇ ਕਬਜ਼ੇ ਹੇਠ ਆ ਗਏ, ਜਿੱਥੇ ਸੇਵਾ ਭਾਵਨਾ ਨਹੀਂ ਸੀ ਨਜ਼ਰ ਆਉਂਦੀ, ਜਿੱਥੇ ਵਿਕਾਰ ਔਰ ਜਿੱਥੇ ਕਹਿ ਲਓ ਕਿ ਨਸ਼ਿਆਂ ਦੇ ਦੌਰ ਚੱਲਦੇ ਨਜ਼ਰ ਆਉਂਦੇ ਸੀ। ਪੈਰਾਂ ਦੇ ਵਿੱਚ ਪਾਏ ਹੋਏ ਘੁੰਗਰੂ ਦੀ ਆਵਾਜ਼ਾਂ ਆਉਂਦੀਆਂ ਸੀ। ਜਿੱਥੇ ਗੁਰਬਾਣੀ ਕੀਰਤਨ ਦੀ ਆਵਾਜ਼ ਆਉਣੀ ਚਾਹੀਦੀ ਸੀ, ਉੱਥੇ ਨੱਚਣ ਵਾਲਿਆਂ ਦੀਆਂ ਆਵਾਜ਼ਾਂ ਆਉਂਦੀਆਂ ਸੀ। ਜਦੋਂ ਸਿੱਖਾਂ ਦੇ ਹਿਰਦੇ ਵਲੂੰਧੜੇ ਗਏ ਕਿ ਗੁਰੂ ਧਾਮਾਂ ਨੂੰ ਆਜ਼ਾਦ ਕਰਾਉਣਾ ਹੈ, ਇਹਨਾਂ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਹੈ, ਨਨਕਾਣਾ ਸਾਹਿਬ ਦਾ ਸਾਕਾ ਵਰਤਦਾ ਹੈ। ਸ਼੍ਰੋਮਣੀ ਪ੍ਰਬੰਧਕ ਕਮੇਟੀ ਜਦੋਂ ਦੇਖਿਆ ਇੱਥੇ ਜਿਹੜਾ ਗੁਰੂ ਕੇ ਬਾਗ ਦਾ ਮਹੰਤ ਸੀ ਸੁੰਦਰਦਾਸ, ਇਹਨੇ ਵੇਖਿਆ ਵੀ ਹੁਣ ਇਹਨਾਂ ਦਾ ਜ਼ੋਰ ਜ਼ਿਆਦਾ ਹੈ। ਉਹਨਾਂ ਨੇ ਫਿਰ ਜਿਹੜੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਆ, ਇਹਨਾਂ ਨੇ ਸਮਝਾਇਆ ਵੀ ਸੁੰਦਰਦਾਸ ਸੁਧਰ ਜਾ, ਤੈਨੂੰ ਇਹ ਹਰਕਤਾਂ ਤੇਰੇ ਵਾਸਤੇ ਠੀਕ ਨਹੀਂ। ਜਦੋਂ ਇਹਨੇ ਦੇਖਿਆ ਵੀ ਪਲੜਾ ਭਾਰੀ ਹੈ, ਇਹ ਝੁਕ ਗਿਆ, ਉਹਨਾਂ ਦੀ ਗੱਲ ਮੰਨ ਲਈ ਤੇ ਖੰਡੇ ਦੀ ਪੌਲ ਵੀ ਲੈ ਲਈ। ਤੇ ਖੰਡੇ ਦੀ ਪੌਲ ਲੈ ਕੇ ਸੁੰਦਰਦਾਸ ਦਾ ਨਾਮ ਜੋਗਿੰਦਰ ਸਿੰਘ ਵੀ ਰੱਖਿਆ ਗਿਆ, ਪਰ ਹਰਕਤਾਂ ਇਹਦੀਆਂ ਉਹੀ ਰਹੀਆਂ। ਜਦੋਂ ਸਮਾਂ ਅੰਗਰੇਜ਼ ਦਾ ਆਇਆ ਹੈ, ਅੰਗਰੇਜ਼ਾਂ ਨੇ ਜਦੋਂ ਕਬਜ਼ਾ ਕੀਤਾ ਹੈ, ਜਦੋਂ ਦੇਖਿਆ ਵੀ ਇਹਨਾਂ ਦਾ ਪਲੜਾ ਭਾਰੀ ਹੋ ਗਿਆ, ਇਹ ਫਿਰ ਗਿਰਗਿਟ ਵਾਂਗੂ ਰੰਗ ਬਦਲ ਗਿਆ। ਇਹਨੇ ਫਿਰ ਉਹੀ ਹਰਕਤਾਂ, ਫਿਰ ਕਿਉਂਕਿ ਹੁਣ ਸਰਕਾਰੀ ਥਾਪੜੇ ਮਿਲਣੇ ਸ਼ੁਰੂ ਹੋ ਗਏ, ਸਿਰ ਤੇ ਸਰਕਾਰੀ ਅਫਸਰਾਂ ਦਾ ਹੱਥ ਆ ਗਿਆ, ਇਹਨੇ ਫਿਰ ਮਨਮਰਜ਼ੀਆਂ ਸ਼ੁਰੂ ਕਰਤੀਆਂ। ਅੱਜ ਜਿਹੜਾ ਇਹ ਦਿਨ ਹੈ 8 ਅਗਸਤ 1922, ਜਦੋਂ ਸੰਗਤਾਂ ਲੱਕੜਾਂ ਲੈਣ ਵਾਸਤੇ ਆਈਆਂ ਨੇ, ਆਉਂਦੀਆਂ ਪਹਿਲਾਂ ਵੀ ਸੀ, ਅੱਜ ਜਦੋਂ ਆਈਆਂ ਨੇ ਤੇ ਇਹ ਆਪਣੀ ਹਰਕਤ ਤੇ ਉਤਰ ਆਇਆ ਸੁੰਦਰਦਾਸ। ਜਿੰਨੀਆਂ ਵੀ ਸੰਗਤਾਂ ਆਈਆਂ ਪਹਿਲਾਂ ਤੇ ਉਹਨਾਂ ਦੀ ਮਾਰ ਕੁਟਾਈ ਕੀਤੀ, ਫਿਰ ਉਹਨਾਂ ਨੂੰ ਜਿਹੜਾ ਜਿਵੇਂ ਸਰਕਾਰੀ ਦਰਬਾਰੇ ਇਹਦੀ ਚੱਲਦੀ ਸੀ, ਇਹਨੇ ਕਹਿ ਕਵਾ ਕੇ ਉਹਨਾਂ ਨੂੰ ਬੰਦੀ ਬਣਾ ਲਿਆ, ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕਰਵਾ ਦਿੱਤਾ ਗਿਆ। ਜਦੋਂ ਇਹ ਪਤਾ ਲੱਗਾ, ਫਿਰ 5 ਸਿੰਘ ਦਾ ਜਥਾ ਆਉਂਦਾ ਹੈ, ਉਹਨਾਂ ਨੂੰ ਵੀ ਇਹਨਾਂ ਨੇ ਜੇਲ੍ਹ ਵਿੱਚ ਸੁੱਟ ਦਿੱਤਾ। ਕਸੂਰ ਕੀ ਹੈ? ਸਿਰਫ ਉਹ ਵੀ ਗੁਰੂ ਘਰ ਹੈ ਤੇ ਗੁਰੂ ਘਰ ਵਿੱਚੋਂ ਗੁਰੂ ਕੇ ਲੰਗਰ ਵਾਸਤੇ ਹੀ ਲੱਕੜਾਂ ਲੈ ਕੇ ਜਾਣੀਆਂ ਨੇ। ਪਰ ਸੁੰਦਰਦਾਸ ਕਹਿੰਦੇ ਨਹੀਂ, ਇਹ ਮੈਂ ਹੋਣ ਨਹੀਂ ਦਿਆਂਗਾ, ਜਿਹਦੇ ਕਰਕੇ ਫਿਰ 100 ਦਾ ਜਥਾ ਅੰਮ੍ਰਿਤਸਰ ਸਾਹਿਬ ਤੋਂ, ਜਦੋਂ ਆਪਾਂ ਅਜਨਾਲੇ ਵੱਲ ਜਾਂਦੇ ਹਾਂ ਤੇ 20 ਕਿਲੋਮੀਟਰ ਤੇ ਗੁਰੂ ਕਾ ਬਾਗ ਇਹ ਅਸਥਾਨ ਹੈ। ਅੰਮ੍ਰਿਤਸਰ ਸਾਹਿਬ ਤੋਂ ਜਦੋਂ ਅਸੀਂ ਅਜਨਾਲੇ ਵੱਲ ਨੂੰ ਜਾਈਏ ਤਾਂ ਹੁਣ 100 ਦਾ ਜਥਾ
ਜਥਾ ਸ਼ਾਂਤਮਈ ਹੋ ਕੇ ਆਉਂਦਾ ਹੈ ਔਰ ਇਹਨਾਂ ਦੀ ਮਾਰ ਕੁਟਾਈ ਸ਼ੁਰੂ ਹੋ ਗਈ। ਇਹਨਾਂ ਦੇ ਉੱਤੇ ਡਾਂਗਾਂ ਜਿਹੜੀਆਂ ਨੇ ਉਹ ਵਹਾਉਣੀਆਂ ਸ਼ੁਰੂ ਕਰ ਦਿੱਤੀਆਂ, ਬੜੀ ਬੁਰੀ ਤਰ੍ਹਾਂ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਗਿਆ। ਪਰ 100 ਦਾ ਜਥਾ ਜਿਹੜਾ ਸੀ ਉਹ ਸ਼ਾਂਤਮਈ ਹੋ ਕੇ ਆਉਂਦਾ ਹੈ ਤੇ ਵਾਹਿਗੁਰੂ 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 ਦਾ ਜਾਪ ਕਰਦੇ ਹੋਏ ਇਹਨਾਂ ਦੇ ਦਿੱਤੇ ਹੋਏ ਤਸੀਹੇ ਜਿਹੜੇ ਆਪਣੇ ਤੇ ਚੱਲਦਾ ਹੈ। ਉਸ ਵੇਲੇ ਇੰਗਲੈਂਡ ਤੋਂ ਇੱਕ ਚਰਚ ਦਾ ਪਾਦਰੀ ਆਉਂਦਾ ਹੈ ਜਿਹਨੇ ਇਹ ਤਾਂ ਸੁਣਿਆ ਹੈ, ਪ੍ਰਚਾਰ ਕੀਤਾ ਹੈ ਕਿ ਇੱਕ ਈਸਾ ਜੀ ਜਿਨ੍ਹਾਂ ਨੂੰ ਤਸੀਹੇ ਦੇ ਕੇ ਸੂਲੀ ਤੇ ਚਾੜਿਆ ਗਿਆ, ਜਦੋਂ ਉਹ ਗੁਰੂ ਕੇ ਬਾਗ ਦੇ ਲੱਗੇ ਹੋਏ ਮੋਰਚੇ ਵਿੱਚ, ਜਦੋਂ ਗੁਰੂ ਕੇ ਸਿੰਘਾਂ ਉੱਤੇ ਜਿੰਨੀ ਮਾਰ ਕੁਟਾਈ ਹੋ ਰਹੀ ਹੈ, ਜਿੰਨਾ ਤਸੀਹੇ ਉਹਨਾਂ ਨੂੰ ਦਿੱਤੇ ਜਾ ਰਹੇ ਆ, ਜਦੋਂ ਉਹ ਦੇਖਦਾ ਤੇ ਉਹਦੀ ਅੱਖ ਭਰ ਆਉਂਦੀ ਆ ਕਿ ਮੈਂ ਇੱਕ ਸੋਚਦਾ ਸੀ ਇੱਥੇ ਤੇ 100 ਨਜ਼ਰ ਆਉਂਦੇ ਪਏ ਆ, ਮੈਨੂੰ ਇੱਥੇ 100 ਈਸਾ ਜੀ ਨਜ਼ਰ ਆ ਰਹੇ ਆ, ਸ਼ਾਂਤ ਹੋ ਕੇ ਕਿੰਨੀ ਮਾਰ ਬੁਰੀ ਤਰ੍ਹਾਂ ਉਹਨਾਂ ਨੂੰ ਮਾਰਿਆ ਕੁੱਟਿਆ ਜਾ ਰਿਹਾ, ਪਰ ਇਹਨਾਂ ਦੇ ਮੁਖ ਤੋਂ ਫਿਰ ਵੀ ਵਾਹਿਗੁਰੂ 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 ਹੀ ਨਿਕਲ ਰਿਹਾ। ਉਹ ਫਿਰ 3 ਮਹੀਨੇ ਤੱਕ ਲਗਾਤਾਰ ਇਹ ਮੋਰਚਾ ਜਿਹੜਾ ਇਹ ਚੱਲਦਾ ਹੈ। ਇੱਕ ਦਿਨ ਫਿਰ ਕਾਮਯਾਬੀ ਮਿਲਦੀ ਹੈ ਕਿ ਸੁੰਦਰਦਾਸ ਤੋਂ ਗੁਰੂ ਕਾ ਬਾਗ ਇਹ ਪਵਿੱਤਰ ਅਸਥਾਨ ਆਜ਼ਾਦ ਕਰਵਾ ਲਿਆ ਜਾਂਦਾ ਹੈ। ਉਹ ਮੋਰਚੇ ਵਿੱਚ ਜਿਹੜੇ ਗੁਰੂ ਕੇ ਸਿੰਘ ਸ਼ਹੀਦ ਵੀ ਹੋਏ ਨੇ ਔਰ ਬੰਦੀ ਵੀ ਉਹਨਾਂ ਨੂੰ ਬਣਾਇਆ ਗਿਆ ਔਰ ਬੁਰੀ ਤਰ੍ਹਾਂ ਉਹਨਾਂ ਨੂੰ ਕੁੱਟਿਆ ਵੀ ਗਿਆ। ਅਸੀਂ ਉਹ ਮੋਰਚੇ ਦੇ ਵਿੱਚ ਆਉਣ ਵਾਲੇ ਸਿੰਘਾਂ ਨੂੰ ਚੇਤੇ ਕਰਦੇ ਹਾਂ ਤੇ ਸਾਨੂੰ ਸਾਡਾ ਇਤਿਹਾਸ ਪਤਾ ਵੀ ਹੋਣਾ ਚਾਹੀਦਾ ਹੈ। ਬਹੁਤਾ ਸਮਾਂ ਨਹੀਂ ਹੈ ਕਿ ਨਨਕਾਣਾ ਸਾਹਿਬ ਦਾ ਸਾਕਾ ਹੋਵੇ, ਗੁਰੂ ਕੇ ਬਾਗ ਦਾ ਹੋਵੇ, ਇਹ ਪੰਜਾ ਸਾਹਿਬ ਦਾ ਸਾਕਾ ਹੋਵੇ, ਇਹ ਸਾਨੂੰ ਚੇਤੇ ਰਹਿਣੇ ਚਾਹੀਦੇ। ਬਹੁਤਾ ਸਮਾਂ ਨਹੀਂ ਹੋਇਆ, ਅਜੇ 100 ਸਾਲ ਦਾ ਹੀ ਸਮਾਂ ਜਿਹੜਾ ਬਤੀਤ ਹੋਇਆ। ਇਸ ਲਈ ਅਸੀਂ ਆਪਣੇ ਇਤਿਹਾਸ ਨੂੰ ਯਾਦ ਰੱਖੀਏ ਔਰ ਗੁਰੂ ਕੇ ਪਿਆਰਿਆਂ ਤੋਂ ਵੀ ਸਦਕੇ ਜਾਈਏ ਤੇ ਆਪਣੇ ਸਤਿਗੁਰੂ ਤੋਂ ਵੀ ਸਦਕੇ ਜਾਈਏ ਜਿਨ੍ਹਾਂ ਨੇ ਸਾਨੂੰ ਮੀਰੀ ਔਰ ਪੀਰੀ ਦੇ ਮਾਲਕ ਬਣਾਇਆ, ਮੀਰੀ ਔਰ ਪੀਰੀ ਦਾ ਗੁਣ ਬਖਸ਼ਿਆ ਹੈ। ਬਾਣੀ ਤੇ ਬਾਣੀ ਦੇ ਧਾਰਨੀ ਬਣੋ, ਆਪ ਵੀ ਗੁਰੂ ਚਰਨਾਂ 'ਚ ਜੁੜੋ, ਹੋਰਾਂ ਨੂੰ ਵੀ ਗੁਰੂ ਦਰ ਘਰ ਦੇ ਨਾਲ ਜੋੜੋ। ਅੱਜ ਦੀ ਵਿਚਾਰ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਹੋਈਆਂ ਨੇ, ਸਤਿਗੁਰੂ ਮਹਾਰਾਜ ਜੀ ਬਖਸ਼ ਦੇਣ, ਅੱਗੇ ਤੋਂ ਸਮੱਤ ਬਖਸ਼ਣ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।